ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਫਤਿਹ.com ਤੇ ਤੁਹਾਡਾ ਸਵਾਗਤ ਹੈ ਤੇ ਮੈਂ ਆ ਨਵਨੀਤ। ਸੋ ਅੱਜ ਦਾ ਇੱਕ ਟੌਪਿਕ ਜਿਹੜਾ ਬਰਨਿੰਗ ਟੌਪਿਕ ਹੈ, ਹਮਾਸ ਇਜ਼ਰਾਈਲ ਦਾ ਕਨਫਲਿਕਟ। ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਨਹੀਂ ਪਤਾ ਆ। ਅਸੀਂ ਪੂਰੇ ਇਤਿਹਾਸ ਦੇ ਬਾਰੇ ਵੀ ਜਾਣਕਾਰੀ ਜਿਹੜੀ ਆ ਲਵਾਂਗੇ ਇਹਦੇ ਵਿੱਚ ਕਿ ਕਿਉਂ ਅੱਜ ਜਿਹੜਾ ਹਮਾਸ ਆ ਉਹਨੇ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ ਔਰ ਬਦਲੇ ਦੇ ਵਿੱਚ ਇਜ਼ਰਾਈਲ ਨੇ ਵੀ ਉਹਨੂੰ ਕਾਫੀ ਮੂੰਹ ਤੋੜ ਜਵਾਬ ਵੀ ਦਿੱਤਾ ਆ। ਬਟ ਇਨ ਬਿਟਵੀਨ ਬਹੁਤ ਜ਼ਿਆਦਾ ਕੈਜੁਅਲਿਟੀਜ਼ ਹੋਈਆਂ, ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਗਵਾਈ ਹੈ, ਜਿਹਦੇ ਵਿੱਚ ਬੱਚੇ ਵੀ ਨੇ, ਬਜ਼ੁਰਗ ਵੀ ਨੇ, ਔਰਤਾਂ ਵੀ ਨੇ। ਸੋ ਇਹਦੇ ਬਾਰੇ ਆਪਾਂ ਸਾਰਾ ਇਹਦੇ ਵਿੱਚ ਕਵਰ ਕਰਾਂਗੇ ਕਿ ਹਮਾਸ ਨੇ ਕਿਉਂ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਆ, ਹਿਟਲਰ ਨੇ ਕੀ ਇਹੋ ਜਿਹਾ ਕੰਮ ਕੀਤਾ ਕਿ ਜਿਹਦੇ ਕਰਕੇ ਅੱਜ ਤੱਕ ਉੱਥੋਂ ਦੇ ਲੋਕਾਂ ਨੂੰ ਇਹ ਸਾਰਾ ਕੁਝ ਦੇਖਣਾ ਪੈ ਰਿਹਾ ਆ। ਇਹਦੇ ਪੂਰੇ ਇਤਿਹਾਸ ਦੇ ਬਾਰੇ ਜਾਣਕਾਰੀ ਲਵਾਂਗੇ, ਨਾਲ ਹੀ ਦੇਖਾਂਗੇ ਕਿ ਹਮਾਸ ਕੀ ਆ। ਸੋ ਸਾਰਾ ਕੁਝ ਪੜ੍ਹਨ ਤੋਂ ਪਹਿਲਾਂ ਆਪਾਂ ਨੂੰ ਮੈਪ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ, ਠੀਕ ਹੈ। ਜੇ ਮੈਪ ਦੀ ਜਾਣਕਾਰੀ ਨਹੀਂ ਹੋਏਗੀ ਤੇ ਆਪਾਂ ਨੂੰ ਟੌਪਿਕ ਸਮਝ ਨਹੀਂ ਆਉਣਾ। ਸੋ ਮੋਟਾ ਤੁਸੀਂ ਦੇਖ ਲਓ, ਠੀਕ ਹੈ। ਜਿਹੜੀਆਂ ਕੰਟਰੀਜ਼ ਦੀ ਆਪਾਂ ਇੱਥੇ ਗੱਲ ਕਰਨੀ ਹੈ, ਇਜਿਪਟ, ਠੀਕ ਹੈ, ਲੈਬਨਾਨ, ਸੀਰੀਆ, ਜਾਰਡਨ ਤੇ ਮੋਸਟ ਇੰਪੋਰਟੈਂਟ ਇਜ਼ਰਾਈਲ, ਠੀਕ ਹੈ। ਔਰ ਆ ਜਿਹੜਾ ਹਿੱਸਾ ਤੁਸੀਂ ਦੇਖ ਰਹੇ ਹੋ ਇਹ ਵੈਸਟ ਬੈਂਕ ਆ। ਬਾਰ-ਬਾਰ ਆਪਾਂ ਇਹ ਮੈਪ ਜਿਹੜਾ ਇਹਦੇ ਵਿੱਚ ਲਿਆਉਣਾ ਹੈ। ਤੇ ਜਿਹੜੀ ਆ ਸਟ੍ਰਾਈਕ ਦੇਖ ਰਹੇ ਹੋ ਛੋਟੀ ਜੀ, ਗਾਜ਼ਾ। ਸੋ ਗਾਜ਼ਾ ਦੇ ਵਿੱਚ ਮੇਨਲੀ ਜਿਹੜਾ ਹਮਾਸ ਆ ਜਿਹਨੇ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਆ, ਉਹ ਇੱਥੇ ਲੋਕੇਟਡ ਹੈ, ਠੀਕ ਹੈ। ਆ ਇੰਨੀ ਕੁ ਜਗ੍ਹਾ ਦੇ ਵਿੱਚ ਹਮਾਸ ਤੇ, ਠੀਕ ਹੈ। ਸੋ ਉਸ ਤੋਂ ਬਾਅਦ ਇੱਕ ਫੈਕਸ਼ਨ ਹੋਰ ਆਪਾਂ ਗੱਲ ਕਰਾਂਗੇ, ਉਹ ਫੈਕਸ਼ਨ ਦਾ ਨਾਮ ਆ ਫਤਹ, ਠੀਕ ਹੈ। ਫਤਹ ਜਿਹੜਾ ਆ ਉਹ ਵੈਸਟ ਬੈਂਕ ਦੇ ਵਿੱਚ ਲੋਕੇਟਡ ਹੈ। ਹਮਾਸ ਤੇ ਫਤਹ ਦੀ ਲਗਭਗ ਇੱਕੋ ਹੀ ਆਈਡੀਓਲੋਜੀ ਆ, ਮਤਲਬ ਇਹ ਮਿਲੀਟੈਂਟ ਗਰੁੱਪਸ ਨੇ, ਪੋਲੀਟੀਕਲ ਫੈਕਸ਼ਨ ਵੀ ਨੇ ਨਾਲ ਦੇ ਨਾਲ, ਤੇ ਮਿਲੀਟੈਂਟ ਆਰਗੇਨਾਈਜੇਸ਼ਨਸ ਵੀ ਨੇ, ਜਿਹੜੀਆਂ ਕਿ ਚਾਹੁੰਦੀਆਂ ਨੇ ਕਿ ਜਿਹੜੇ ਯਹੂਦੀ ਆ ਉਹ ਸਾਡੇ ਪੈਲਸਤੀਨ ਨੂੰ ਛੱਡ ਕੇ ਚਲ ਜਾਣ ਤੇ ਸਾਨੂੰ ਜਿਹੜੀ ਆ ਇੱਕ ਇਸਲਾਮਿਕ ਪੈਲਸਤੀਨ ਸਟੇਟ ਮਿਲ ਜੇ। ਅੱਜ ਦੀ ਡੇਟ ਦੇ ਵਿੱਚ ਇਹਨਾਂ ਦੀ ਡਿਮਾਂਡ ਇਹ ਹੈ। ਮੋਰਓਵਰ ਜਿਹੜੀ ਗਾਜ਼ਾ ਸਟ੍ਰਿਪ ਹੈ ਜਿੱਥੇ ਹਮਾਸ ਲੋਕੇਟਡ ਨੇ, ਇੱਥੇ ਇਜ਼ਰਾਈਲ ਨੇ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਕਹਿ ਲਓ ਕਿ ਇਕਨੋਮਿਕ ਬਲੌਕੇਡ ਇੱਕ ਤਰ੍ਹਾਂ ਦਾ ਜਿਹੜਾ ਆ ਸੈਟਅਪ ਕੀਤਾ ਆ ਕਿ ਉਹਨਾਂ ਲੋਕਾਂ ਦੀ ਗਰੋਥ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਸਭ ਤੋਂ ਵੱਡਾ ਜਿਹੜਾ ਮਤਲਬ ਰੋੜਾ ਆ, ਠੀਕ ਹੈ, ਉਹ ਇਜ਼ਰਾਈਲ, ਠੀਕ ਹੈ, ਕੰਡੇ ਬੀਜ ਰਿਹਾ ਜਿਹੜਾ ਇਜ਼ਰਾਈਲ ਬੀਜ ਰਿਹਾ, ਉਹਨਾਂ ਨੂੰ ਲੱਗਦਾ। ਸੋ ਇਹਦੇ ਬਾਰੇ ਆਪਾਂ ਚਰਚਾ ਕਰਾਂਗੇ। ਦੁਬਾਰਾ ਇੱਕ ਵਾਰੀ ਮੈਪ ਤੇ ਨਜ਼ਰ ਜ਼ਰੂਰ ਮਾਰ ਲਿਓ, ਠੀਕ ਹੈ। ਵੈਸਟ ਬੈਂਕ ਜਿੱਥੇ ਫਤਹ ਇਸ ਵੇਲੇ ਹੈ, ਇਹਦੇ ਤੇ ਵੀ ਜਿਹੜਾ ਹੈ ਇਜ਼ਰਾਈਲ ਹੌਲੀ ਹੌਲੀ ਇਹਨੂੰ ਆਕੂਪਾਈ ਕਰਨ ਦੀ ਕੋਸ਼ਿਸ਼ 'ਚ ਹੈ। ਗਾਜ਼ਾ ਨੂੰ ਵੀ ਹੌਲੀ ਹੌਲੀ ਸੀਜ਼ ਕਰਨ ਦੀ ਜਿਹੜੀ ਹੈ ਉਹ ਮਤਲਬ ਕੋਸ਼ਿਸ਼ ਦੇ ਵਿੱਚ ਹੈ ਇਜ਼ਰਾਈਲ, ਜਿਹਦੇ ਕਰਕੇ ਅਟੈਕ ਹੁੰਦਾ ਹੈ। ਜੇਰੂਸਲਮ ਜਿਹੜੀ ਆ ਇਹ ਵੀ ਇੱਕ ਬੋਨ ਆਫ ਕੰਟੈਂਸ਼ਨ ਆ, ਕਿਉਂਕਿ ਜੇਰੂਸਲਮ ਇੱਕ ਹਿਸਟੋਰਿਕ ਪਲੇਸ ਆ ਜਿੱਥੇ ਮੁਸਲਮਾਨਾਂ ਲਈ ਵੀ, ਕ੍ਰਿਸਚੀਅਨਸ ਲਈ ਵੀ ਤੇ ਜਿਊਜ਼ ਲਈ ਵੀ ਮਤਲਬ ਇਹ ਜਗ੍ਹਾ ਬਹੁਤ ਹੀ ਪਵਿੱਤਰ ਮੰਨੀ ਜਾਂਦੀ ਆ। ਹੁਣ ਵੀ ਜਿਹੜਾ ਇਸ ਵੇਲੇ ਆਪਰੇਸ਼ਨ ਚੱਲ ਰਿਹਾ ਅਲ ਅਕਸਾ ਮੌਸਕ ਜਿਹੜੀ ਆ ਮਸਜਿਦ, ਉਹਦੇ ਨਾਂ ਦੇ ਉੱਤੇ ਜਿਹੜਾ ਇਹਨਾਂ ਨੇ ਲਾਂਚ ਕੀਤਾ ਹਮਾਸ ਨੇ। ਇਹਨਾਂ ਦਾ ਕਹਿਣਾ ਆ ਕਿ ਸਾਡੀਆਂ ਜਿਹੜੀਆਂ ਔਰਤਾਂ ਆ ਉਹਨਾਂ ਉੱਤੇ ਹਮਲਾ ਕੀਤਾ ਗਿਆ ਆ ਉਸ ਮੌਸਕ ਦੇ ਵਿੱਚ ਤੇ ਉਹਦੀ ਮਤਲਬ ਜਿਹੜੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ। ਸੋ ਬਿਟਵੀਨ 1800 ਐਂਡ 1900 ਮੈਜੋਰਿਟੀ ਜਿਹੜਾ ਏਸ਼ੀਆ ਤੇ ਅਫਰੀਕਾ ਕੰਟੀਨੈਂਟ ਸੀਗਾ, ਠੀਕ ਹੈ, ਉਹਨੂੰ ਕਾਲੋਨੀਜ਼ ਉਹਨਾਂ ਦੀਆਂ ਬਣਾਈਆਂ ਗਈਆਂ। ਜਿਵੇਂ ਇੰਡੀਆ ਜਿਹੜੀ ਸੀ ਉਹ ਬ੍ਰਿਟੇਨ ਦੀ ਕਾਲੋਨੀ ਸੀਗੀ, ਠੀਕ ਹੈ, ਦਾ ਪਰਫੈਕਟ ਐਗਜ਼ਾਮਪਲ। ਹੁਣ ਕਾਲੋਨੀਆਂ ਕਿਉਂ ਬਣਾਈਆਂ ਜਾਂਦੀਆਂ ਨੇ? ਕਿਉਂਕਿ ਉੱਥੋਂ ਕੋਈ ਨਾ ਕੋਈ ਜਿਹੜਾ ਆ ਇਹਨਾਂ ਨੂੰ ਫਾਇਦਾ ਲੱਗਦਾ ਹੈ। ਜਿਹੜੀਆਂ ਵਰਲਡ ਦੀਆਂ ਮੇਨ ਪਾਵਰ ਸੀਗੀਆਂ ਉਸ ਟਾਈਮ ਤੇ ਬ੍ਰਿਟੇਨ ਤੇ ਫਰਾਂਸ, ਮੇਨਲੀ ਬ੍ਰਿਟੇਨ ਫਰਾਂਸ ਇਸ ਲਈ ਕਿਉਂਕਿ ਉਸ ਵੇਲੇ ਹਜੇ ਜਦੋਂ ਕੋਲੋਨਾਈਜੇਸ਼ਨ ਦਾ ਪ੍ਰੋਸੈਸ ਸੀਗਾ, ਅਮਰੀਕਾ ਆਪਣੀ ਹੀ ਜਿਹੜੀ ਆਜ਼ਾਦੀ ਲੈਣ ਦੇ ਵਿੱਚ ਬਿਜ਼ੀ ਸੀਗਾ। 4 ਜੁਲਾਈ ਮੇਰੇ ਖਿਆਲ 1776 ਦੇ ਲਾਗੇ ਜਾ ਕੇ ਅਮਰੀਕਾ ਨੂੰ ਜਿਹੜਾ ਆ ਉਹ ਆਜ਼ਾਦ ਹੋਇਆ ਆ। ਪਰ ਉਸ ਟਾਈਮ ਬ੍ਰਿਟੇਨ ਤੇ ਫਰਾਂਸ ਆਲਰੇਡੀ ਪਾਵਰ ਦੇ ਵਿੱਚ ਸੀਗੇ, ਠੀਕ ਹੈ। ਸੋ ਕੋਲੋਨਾਈਜੇਸ਼ਨ ਦੇ ਵਿੱਚ ਇਹਨਾਂ ਨੂੰ ਕੀ ਸੀਗਾ, ਫ੍ਰੀ ਲੇਬਰ ਮਿਲਦੀ ਸੀਗੀ, ਠੀਕ ਹੈ, ਸਸਤੀ ਲੇਬਰ ਮਿਲਦੀ ਸੀ, ਫ੍ਰੀ ਮਿਲਦੀ ਸੀ ਟੂ ਗੈਟ ਰॉ ਮਟੀਰੀਅਲਸ ਫਰੋਮ ਰਿਸੋਰਸ ਰਿਚ ਕੰਟਰੀਜ਼, ਜਿੱਥੇ ਜ਼ਿਆਦਾ ਰਿਸੋਰਸਿਸ, ਜਿਵੇਂ ਇੰਡੀਆ ਦੇ ਵਿੱਚ ਇਹਨਾਂ ਨੂੰ ਮਸਾਲੇ ਮਿਲੇ, ਠੀਕ ਹੈ। ਇਸੇ ਤਰ੍ਹਾਂ ਬਰਮਾ ਦੇ ਵਿੱਚ ਇਹਨਾਂ ਨੂੰ ਟੀਕ ਮਿਲੀ, ਲੱਕੜ ਜਿਹਨੂੰ ਆਪਾਂ ਕਹਿ ਦਿੰਦੇ ਆ, ਠੀਕ ਹੈ। ਸੋ ਇਸੇ ਤਰ੍ਹਾਂ ਇਹਨਾਂ ਨੇ ਉਹਨਾਂ ਕੰਟਰੀਜ਼ ਨੂੰ ਟਾਰਗੇਟ ਕੀਤਾ ਜਿੱਥੋਂ ਇਹਨਾਂ ਨੂੰ ਜ਼ਿਆਦਾ ਰਿਸੋਰਸਿਸ ਮਿਲਦੇ ਸੀ। ਫਿਰ ਉਸ ਤੋਂ ਬਾਅਦ ਟ੍ਰੇਡ ਮੋਨੋਪਲੀ, ਜਿਵੇਂ ਸਿਲਕ ਦਾ, ਮਸਾਲਿਆਂ ਦਾ ਟ੍ਰੇਡ, ਉਹਦੇ ਉੱਤੇ ਜਿਹੜਾ ਬ੍ਰਿਟੇਨ ਦੀ ਮੋਨੋਪਲੀ ਹੋਏਗੀ ਕਿ ਫਰਾਂਸ ਦੀ ਹੋਏਗੀ। ਸੋ ਇਸ ਚੀਜ਼ ਦੇ ਚੱਲਦੇ ਜਿਹੜਾ ਕੋਲੋਨਾਈਜੇਸ਼ਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ, ਠੀਕ ਹੈ। ਹੁਣ ਕੀ ਹੋਇਆ ਜਰਮਨੀ ਦੇ ਵਿੱਚ, ਪਹਿਲਾਂ ਜਰਮਨੀ ਜਿਹੜਾ ਸੀਗਾ ਉਹਦੇ ਵਿੱਚ ਛੋਟੀਆਂ ਪ੍ਰਿੰਸਲੀ ਸਟੇਟ ਸੀ, ਕੋਈ ਲਗਭਗ 150-200 ਦੇ ਕਰੀਬ। ਸੋ ਉਹਨਾਂ ਨੂੰ ਇਕੱਠੇ ਕਰਨ ਦਾ ਕੰਮ ਜਿਹੜਾ ਸੀ ਓਟੋ ਵੋਨ ਬਿਸਮਾਰਕ ਨੇ ਕੀਤਾ। ਇਸੇ ਲਈ ਸਰਦਾਰ ਵੱਲਭ ਭਾਈ ਪਟੇਲ ਜਿਹੜੇ ਆ, ਸੇਮ ਕੰਮ ਉਹਨਾਂ ਨੇ ਇੰਡੀਆ ਲਈ ਕੀਤਾ ਸੀ, ਇਸੇ ਲਈ ਉਹਨਾਂ ਨੂੰ ਬਿਸਮਾਰਕ ਆਫ ਇੰਡੀਆ ਕਿਹਾ ਜਾਂਦਾ ਹੈ।
ਸੋ ਜਦੋਂ ਜਰਮਨੀ ਇਕੱਠੀ ਹੋ ਗਈ, ਇੱਕ ਵੱਡਾ ਪ੍ਰੋਵਿੰਸ ਬਣ ਗਈ, ਸੋ ਉਹਦੇ ਜਿਹੜੇ ਰਿਸੋਰਸਿਸ ਸੀਗੇ ਆਇਰਨ ਸਟੀਲ ਦੇ ਖਾਸ ਕਰਕੇ, ਉਹ ਇੰਨੇ ਕਿ ਜ਼ਿਆਦਾ ਵਾਸਟ ਸੀਗੇ ਕਿ ਜਰਮਨੀ ਤੇ ਫਰਾਂਸ ਨੂੰ ਜੇ ਇਕੱਠਾ ਮਿਲਾ ਲਿਆ ਜਾਏ ਤੇ ਉਹਨੇ ਇਕੱਲੇ ਜਰਮਨੀ ਕੋਲ ਹੀ ਸੀ। ਤੇ ਇਹ ਚੀਜ਼ ਜਿਹੜੀ ਸੀਗੀ ਉਹ ਫਰਾਂਸ ਜਾਂ ਬ੍ਰਿਟੇਨ ਨੂੰ ਮਤਲਬ ਨਹੀਂ, ਉਹਨਾਂ ਨੂੰ ਚੁਭਦੀ ਸੀਗੀ ਵੀ ਕੋਈ ਹੋਰ ਕਿਉਂ ਰਾਈਜ਼ ਕਰ ਰਿਹਾ ਹੈ। ਠੀਕ ਹੈ, ਸੋ ਉਸ ਤੋਂ ਚੱਲਦੇ ਮਤਲਬ ਇਹ ਜਦੋਂ ਯੂਨੀਫਿਕੇਸ਼ਨ ਦਾ ਪ੍ਰੋਸੈਸ ਚਾਲੂ ਹੋ ਗਿਆ, ਠੀਕ ਹੈ, ਤੇ ਇਕਨੋਮਿਕ ਪਰਫਾਰਮੈਂਸ ਦੇ ਕਰਕੇ ਜਿਹੜਾ ਸੀਗਾ ਜਿਹੜੀ ਕੰਟਰੀਜ਼ ਸੀਗੀਆਂ ਵਰਲਡ ਵਾਰ 1 ਦੇ ਦੌਰਾਨ, ਅਲਾਈਡ ਕੰਟਰੀਜ਼ ਜਿਹਦੇ ਵਿੱਚ US UK ਤੇ ਫਰਾਂਸ ਅਲਾਈਡ ਪਾਵਰਸ ਸੀਗੀਆਂ ਇਕੱਠੀਆਂ, ਜਿਨ੍ਹਾਂ ਨੇ ਹੱਲਾ ਬੋਲਿਆ ਸੀਗਾ ਦੂਸਰੀਆਂ ਜਿੱਦਾਂ ਜਰਮਨੀ ਸੀਗੀ ਉਹਦੇ ਤੇ, ਠੀਕ ਹੈ, ਤੇ ਜਿੱਦਾਂ ਜਿਹਨਾਂ ਨੂੰ ਆਪਾਂ ਸੈਂਟਰਲ ਪਾਵਰਸ ਵੀ ਕਹਿੰਦੇ ਆ। ਸੋ ਮੇਨ ਮਕਸਦ ਕੀ ਸੀਗਾ ਕਿ ਉਹਨਾਂ ਤੋਂ ਜਿਹੜੇ ਮਤਲਬ ਇਕਨੋਮਿਕਲੀ ਜਿਹੜੀਆਂ ਉਹ ਗਰੋ ਕਰ ਰਹੀਆਂ ਉਹਨਾਂ ਨੂੰ ਕਿਸੇ ਤਰ੍ਹਾਂ ਉਹਦੇ ਤੇ ਠੱਲ ਪਾਉਣੀ ਹੈ। ਸੋ ਵਾਰ ਤੋਂ ਬਾਅਦ ਉਹਨਾਂ ਨੇ ਇੱਕ ਵਰਜ਼ੇਲਿਸ ਦੇ ਵਿੱਚ ਕਾਨਫਰੰਸ ਕੀਤੀ। ਵਰਜ਼ੇਲਿਸ ਇੱਕ ਜਗ੍ਹਾ ਆ ਪੈਰਿਸ, ਜਿਹਨੂੰ ਟ੍ਰੀਟੀ ਆਫ ਪੈਰਿਸ ਵੀ ਕਿਹਾ ਜਾਂਦਾ ਸੀ। ਹੁਣ ਇਹ ਜਿਹੜੀਆਂ ਅਲਾਈਡ ਫੋਰਸਿਸ ਸੀਗੀਆਂ ਇਹ ਚਾਹੁੰਦੀਆਂ ਸੀਗੀਆਂ ਕਿ ਜਰਮਨੀ ਇਸ ਟ੍ਰੀਟੀ ਨੂੰ ਸਾਈਨ ਕਰੇ, ਕਿਉਂਕਿ ਜਰਮਨੀ ਉਸ ਵੇਲੇ ਪੂਰਾ ਆਪਣੇ ਜ਼ੈਨਿਥ ਤੇ ਸੀਗਾ, ਠੀਕ ਹੈ, ਇਕਨੋਮਿਕ ਰਾਈਜ਼ ਦੇ ਵਿੱਚ। ਤੇ ਇਹਨਾਂ ਨੇ ਉਹਦੇ ਤੇ ਹਮਲਾ ਕੀਤਾ ਤੇ ਇਹਨਾਂ ਨੇ ਫਿਰ ਵਾਰਨਿੰਗ ਦਿੱਤੀ ਕਿ ਜੇਕਰ ਜਰਮਨੀ ਇਸ ਟ੍ਰੀਟੀ ਨੂੰ ਫੋਲੋ ਨਹੀਂ ਕਰਦਾ ਤੇ ਜਰਮਨੀ ਦੇ ਉੱਤੇ ਜਿਹੜਾ ਦੁਬਾਰਾ ਤੋਂ ਹਮਲਾ ਕੀਤਾ ਜਾ ਸਕਦਾ ਹੈ। ਆਲਰੇਡੀ ਉੱਥੋਂ ਦੇ ਲੋਕ ਬਹੁਤ ਪਰੇਸ਼ਾਨ ਸੀ ਉਸ ਹਮਲੇ ਦੇ ਕਰਕੇ। ਹੁਣ ਜਦੋਂ ਇਹ ਟ੍ਰੀਟੀ ਆਫ ਵਰਜ਼ੇਲਿਸ ਸਾਈਨ ਹੋਈ ਹੈ ਤੇ ਇਹਦੇ ਵਿੱਚ ਕੀ ਸੀਗਾ ਕਿ ਜਿਹੜੀਆਂ ਕੋਲੇ ਦੀਆਂ ਖਾਣਾਂ ਸੀਗੀਆਂ ਜਰਮਨੀ ਦੀਆਂ ਉਹ ਫਰਾਂਸ ਨੂੰ ਦੇ ਦਿੱਤੀਆਂ ਗਈਆਂ। ਜਰਮਨੀ ਤੇ ਇਹ ਕੰਡੀਸ਼ਨ ਲਾ ਦਿੱਤੀ ਗਈ ਵੀ ਤੂੰ 1 ਲੱਖ ਟਰੂਪਸ ਤੋਂ ਜ਼ਿਆਦਾ ਮੇਨਟੇਨ ਨਹੀਂ ਕਰ ਸਕਦਾ ਆਪਣੀ ਆਰਮੀ ਨੂੰ, ਕੋਈ 에ਅਰਕ੍ਰਾਫਟ ਕੋਈ ਸਬਮਰੀਨ ਨਹੀਂ ਤੂੰ ਬਣਾ ਸਕਦਾ, ਠੀਕ ਹੈ। ਤੇ ਉਸ ਤੋਂ ਬਾਅਦ ਜਿਹੜੇ ਛੋਟੇ ਛੋਟੇ ਪ੍ਰੋਵਿੰਸ ਨੇ ਓਟੋ ਫੋਨ ਬਿਸਮਾਰਕ ਨੇ ਇਕੱਠੇ ਕੀਤੇ ਸੀ, ਜਰਮਨੀ ਦੇ ਬਣਾਈ ਸੀਗੀ, ਉਹਨਾਂ ਨੂੰ ਵੀ ਜਿਹੜਾ ਸੀਗਾ ਉਹ ਕਲੋਨੀਆਂ ਨੂੰ ਜਿਹੜਾ ਸੀ ਬ੍ਰਿਟੇਨ ਤੇ ਫਰਾਂਸ ਨੇ ਵੰਡਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਜਿਹੜਾ ਜਰਮਨੀ ਸੀਗਾ, ਜੋ ਭਾਰੀ ਨੁਕਸਾਨ ਹੋਇਆ ਪੂਰੇ ਵਰਲਡ ਦੇ ਵਿੱਚ ਜਰਮਨੀ ਦੇ ਕਰਕੇ, ਉਹਦੇ ਲਈ ਉਹਨੂੰ 65 ਕਰੋੜ ਡਾਲਰ ਦਾ ਖਮਿਆਜ਼ਾ ਵੀ ਦੇਣਾ ਪੈਣਾ ਸੀ। ਸੋ ਹੁਣ ਇਹਦੇ ਕਰਕੇ ਕੀ ਹੋਇਆ, ਇਹਦੇ ਕਰਕੇ ਲੋਕ ਬਹੁਤ ਪਰੇਸ਼ਾਨ ਹੋਏ। ਪਰੇਸ਼ਾਨ ਕਿਉਂ ਹੋਏ? ਕਿਉਂਕਿ ਇਕਨੋਮਿਕਲੀ ਵੀਕ ਕਰ ਦਿੱਤਾ ਗਿਆ ਜਰਮਨੀ ਨੂੰ। ਜਦੋਂ ਇਕਨੋਮਿਕਲੀ ਵੀਕ ਹੋ ਗਈ, ਠੀਕ ਹੈ, ਤੇ ਉੱਥੇ ਕੀ ਹੋਇਆ, ਹਾਈਪਰ ਇਨਫਲੇਸ਼ਨ ਆ ਗਈ। ਹਾਈਪਰ ਇਨਫਲੇਸ਼ਨ ਕਿਉਂ ਆਉਂਦੀ ਆ? ਜਦੋਂ ਕੋਈ ਵੀ ਸਰਕਾਰ ਮਤਲਬ ਅੰਨ੍ਹੇਵਾਹ ਨੋਟ ਜਿਹੜੇ ਪ੍ਰਿੰਟ ਕਰਨੇ ਸ਼ੁਰੂ ਕਰ ਦਿੰਦੀ ਆ, ਜਿਵੇਂ ਮੁਹੰਮਦ ਬਿਨ ਤੁਗਲਕ ਨੇ ਕੀਤਾ ਸੀ ਇੰਡੀਆ ਦੇ ਵਿੱਚ, ਠੀਕ ਹੈ। ਸੋ ਇਸੇ ਤਰ੍ਹਾਂ ਹੀ ਜਰਮਨੀ ਦੇ ਵਿੱਚ ਮਤਲਬ ਟਰੱਕਾਂ ਦੇ ਟਰੱਕ ਭਰ ਕੇ ਲੋਕ ਨੋਟਾਂ ਦੇ ਲੈ ਕੇ ਜਾਂਦੇ ਸੀਗੇ, ਪਰ ਟਰੱਕਾਂ ਦੇ ਟਰੱਕ ਭਰ ਕੇ ਜਿਹੜਾ ਸਮਾਨ ਨਹੀਂ ਸੀ ਲੈ ਕੇ ਆਉਂਦੇ। ਜਿਸ ਸਵੇਰ ਨੂੰ ਉੱਥੇ ਮਤਲਬ ਜਿਹੜੀ ਕਰੰਸੀ ਸੀਗੀ ਉਹ ਸੀਗੀ ਮਾਰਕਸ, ਜਰਮਨ ਦੀ ਕਰੰਸੀ ਜਿਹੜੀ ਸੀ। ਜੇ ਸਵੇਰ ਨੂੰ ਬ੍ਰੈਡ ਜਿਹੜੀ ਹੈ ਉਹ 10,000 ਮਾਰਕਸ ਦੀ ਹੈ ਤੇ ਰਾਤ ਨੂੰ ਉਹਦਾ ਪ੍ਰਾਈਸ ਜਿਹੜਾ 5 ਲੱਖ ਮਾਰਕ ਹੋ ਜਾਂਦਾ ਸੀ, ਠੀਕ ਹੈ। ਔਰ ਈਵਨ ਜਿਹੜੀ ਬੰਦੇ ਦੀ ਇੱਕ ਪੂਰੀ ਲਾਈਫ ਦੀ ਸੇਵਿੰਗ ਸੀਗੀ, ਉਹਦੇ ਨਾਲ ਇੱਕ ਬੱਸ ਦੀ ਟਿਕਟ ਵੀ ਲੈਣੀ ਜਿਹੜੀ ਸੀ ਔਖੀ ਹੋ ਗਈ। ਸੋ ਮਤਲਬ ਪੈਨਸ਼ਨ ਪਲਾਨਸ ਜਿਹੜੇ ਐਲੀਮੀਨੇਟ ਕਰਦੇ ਗਵਰਨਮੈਂਟ ਨੇ, ਬਹੁਤ ਹੀ ਬੁਰਾ ਹਾਲ ਹੋ ਗਿਆ। ਲੋਕੀ ਜਿਹੜੇ ਸੀ ਕੋਲੇ ਦੀ ਜਗ੍ਹਾ ਤੇ ਨੋਟਾਂ ਨੂੰ ਸਾੜਨਾ ਜ਼ਿਆਦਾ ਪਸੰਦ ਕਰਦੇ ਸੀਗੇ ਕਿ ਮਤਲਬ ਨੋਟਾਂ ਦਾ ਜਿਹੜਾ ਕਾਗਜ਼ ਸੀ ਉਹ ਕੋਲੇ ਤੋਂ ਸਸਤਾ ਪੈਂਦਾ ਸੀ ਉਹਨਾਂ ਨੂੰ। ਸੋ ਇਹ ਹਾਲ ਹੋ ਗਿਆ। ਹੁਣ ਇਸ ਟਾਈਮ ਦੇ ਦੌਰਾਨ ਹਿਟਲਰ ਦਾ ਰਾਈਜ਼ ਹੋਇਆ। ਹਿਟਲਰ ਚਾਹੁੰਦਾ ਸੀਗਾ ਕਿ ਜਿਹੜੀ ਜਰਮਨੀ ਹੈ ਨਾ ਉਹਨੂੰ ਇਸ ਟ੍ਰੀਟੀ ਤੋਂ ਬਾਹਰ ਕੱਢਿਆ ਜਾਏ। ਜਿੰਨੀ ਦੇਰ ਤੱਕ ਜਰਮਨੀ ਇਸ ਟ੍ਰੀਟੀ ਦੀ ਉਲੰਘਣਾ ਨਹੀਂ ਕਰਦੀ, ਜਰਮਨ ਦੇ ਲੋਕ ਸੌਖੇ ਨਹੀਂ ਹੋ ਸਕਦੇ, ਠੀਕ ਹੈ। ਉਹ ਕਹਿੰਦਾ ਕਿ ਉਹਨੇ ਮਤਲਬ ਕਾਫੀ ਉਹਦੀਆਂ ਸਪੀਚਸ ਬਹੁਤ ਹੀ ਇਨਫਲੂਐਂਸ਼ੀਅਲ ਸੀਗੀਆਂ ਤੇ ਲੋਕੀ ਉਹਦੇ ਵੱਲ ਅਟਰੈਕਟ ਹੋਣਾ ਸ਼ੁਰੂ ਹੋ ਗਏ, ਕਿਉਂਕਿ ਲੋਕੀ ਚਾਹੁੰਦੇ ਸੀ ਕਿ ਸਾਨੂੰ ਇਸ ਚੀਜ਼ ਤੋਂ ਜਿਹੜਾ ਛੇਤੀ ਤੋਂ ਛੇਤੀ ਨਿਜਾਤ ਮਿਲੇ, ਰਾਈਟ। ਸੋ ਉਸ ਤੋਂ ਬਾਅਦ ਉਹਨੇ ਕੀ ਕੀਤਾ, ਜਿਹੜੇ ਜਿਊ ਸੀਗੇ, ਯਹੂਦੀ ਸੀਗੇ ਉੱਥੇ, ਉਹ ਕਹਿੰਦਾ ਸੀ ਸਭ ਯਹੂਦੀ ਉਸ ਟਾਈਮ ਮਿਨੋਰਿਟੀ ਸੀਗੇ। ਹੁਣ ਜਿਹੜਾ ਹਿਟਲਰ ਸੀਗਾ ਉਹਦੀ ਫਿਲਾਸਫੀ ਕੀ ਸੀਗੀ, ਉਹ ਕਹਿੰਦਾ ਸੀ ਦੁਨੀਆ ਜਿਹੜੀ ਹੈ ਨਾ ਦੋ ਤਰ੍ਹਾਂ ਦੀ ਰੇਸਿਸ ਦੇ ਵਿੱਚ ਡਿਵਾਈਡ ਆ, ਲੋਕਾਂ ਦੇ ਵਿੱਚ ਡਿਵਾਈਡ ਆ। ਇੱਕ ਹੈਗੇ ਨੇ ਆਰੀਅਨਸ ਤੇ ਇੱਕ ਹੈਗੇ ਨੇ ਨੌਨ ਆਰੀਅਨਸ, ਠੀਕ ਹੈ। ਹੁਣ ਕਹਿੰਦਾ ਆਰੀਅਨਸ ਮੀਨਸ ਜਿਨ੍ਹਾਂ ਦਾ ਬਲੱਡ ਬਿਲਕੁਲ ਪਿਓਰ ਆ, ਠੀਕ ਹੈ, ਜਿਨ੍ਹਾਂ ਦੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ, ਖਾਲਸ ਨੇ, ਠੀਕ ਹੈ। ਇਹ ਕਹਿੰਦਾ ਸੀ ਹਿਟਲਰ। ਹਿਟਲਰ ਕਹਿੰਦਾ ਜਿਹੜੇ ਜਰਮਨਸ ਨੇ ਨਾ, ਓਰੀਜਨਲ ਜਰਮਨਸ, ਉਹ ਖਾਲਸ ਨੇ, ਉਹ ਆਰੀਅਨਸ ਨੇ। ਤੇ ਜਿਹੜੇ ਦੂਜੇ ਨੇ ਮਾਈਨੋਰਿਟੀਜ਼, ਚਾਹੇ ਉਹ ਜਿਪਸੀਜ਼ ਨੇ, ਚਾਹੇ ਉਹ ਯਹੂਦੀ ਨੇ, ਉਹ ਕਹਿੰਦਾ ਨੌਨ ਆਰੀਅਨਸ ਨੇ, ਇਹ ਇੱਥੇ ਰਹਿਣ ਦੇ ਕਾਬਿਲ ਨਹੀਂ ਹੈਗੇ, ਕਿਉਂਕਿ ਮਾਈਨੋਰਿਟੀਜ਼ ਦੇ ਕੋਲ ਬਿਜ਼ਨਸ ਬਹੁਤ ਸੀਗਾ, ਵੱਡੇ ਵੱਡੇ ਸਟੋਰ ਸੀ ਇਹਨਾਂ ਕੋਲ, ਵੱਡਾ ਜਿੰਨਾ ਬਿਜ਼ਨਸ ਸੀਗਾ ਕੋਲ ਦਾ, ਆਇਰਨ ਦਾ, ਸਾਰਾ ਇਹਨਾਂ ਕੋਲ ਸੀ।
ਉਹ ਕਹਿੰਦਾ ਕਿ ਇਹ ਮੇਨ ਕਾਰਨ ਨੇ। ਜੇ ਹਾਈਪਰ ਇਨਫਲੇਸ਼ਨ ਵੀ ਜਰਮਨੀ ਦੇ ਵਿੱਚ ਆਈ ਹੈ ਤੇ ਉਹਦਾ ਰੀਜ਼ਨ ਵੀ ਇਹ ਲੋਕ ਨੇ, ਠੀਕ ਹੈ। ਇਹਨਾਂ ਨੇ ਉਹਨਾਂ ਸਰਕਾਰਾਂ ਦੇ ਨਾਲ, ਬ੍ਰਿਟੇਨ ਨਾਲ ਰਲ ਕੇ, ਫਰਾਂਸ ਨਾਲ ਰਲ ਕੇ ਖਾਧਾ ਹੈ ਸਾਨੂੰ। ਸੋ ਇਹਨਾਂ ਨੂੰ ਕਿਸੇ ਤਰ੍ਹਾਂ ਜਿਹੜਾ ਆ ਆਪਾਂ ਨੇ ਕੱਢਣਾ ਹੈ। ਸੋ 1933 ਦੇ ਵਿੱਚ ਆਪਣੀਆਂ ਕੋਸ਼ਿਸ਼ਾਂ ਨੂੰ ਚਾਲੂ ਰੱਖਿਆ ਤੇ 1933 ਦੇ ਵਿੱਚ ਹਿਟਲਰ ਜਿਹੜਾ ਜਰਮਨੀ ਦਾ ਚਾਂਸਲਰ ਬਣ ਗਿਆ। ਚਾਂਸਲਰ ਬਣਦਿਆਂ ਹੀ ਹਿਟਲਰ ਨੇ ਕੀ ਕੀਤਾ, ਜਿਹੜੀ ਆਪਣੀ ਆਪੋਜੀਸ਼ਨ ਦੇ ਵਿੱਚ ਲੀਡਰ ਸੀ ਜਾਂ ਆਪੋਜੀਸ਼ਨ ਸੀ ਉਹਨੂੰ ਮਾਰਤਾ, ਠੀਕ ਹੈ, ਜਾਂ ਐਕਸਪੈਲ ਕਰਤਾ ਕੰਟਰੀ ਤੋਂ। ਫਿਰ ਜਿਹੜੇ ਜਿਊ ਸੀਗੇ ਉਹਨਾਂ ਨੂੰ ਸਿਵਲ ਸਰਵਿਸਿਜ਼ ਦੇ ਵਿੱਚੋਂ ਕੱਢਤਾ, ਵੱਡੀਆਂ ਪੋਸਟਾਂ ਤੋਂ ਕੱਢਤਾ। ਕਹਿੰਦੇ ਵੀ ਇਹ ਐਲੀਜੀਬਲ ਨਹੀਂ ਹੈਗੀ, ਇਹ ਰੇਸ ਜਿਹੜੀ ਹੈ ਨਾ ਇਹ ਕੰਮ ਕਰਨ ਦੇ ਐਲੀਜੀਬਲ ਨਹੀਂ ਹੈਗੀ ਸਾਡੇ ਕੋਲ। ਫਿਰ ਉਹਨੇ ਓਪਨਲੀ ਟ੍ਰੀਟੀ ਆਫ ਵਰਸੇਲਿਸ ਦੀ ਉਲੰਘਣਾ ਕੀਤੀ, ਸ਼ਿਪਸ ਮੈਨੂਫੈਕਚਰ ਕੀਤੇ, ਸਬਮਰੀਨਸ, 에ਅਰਕ੍ਰਾਫਟਸ, ਸਾਰਾ ਕੁਝ ਬਣਾਉਣਾ ਸ਼ੁਰੂ ਕੀਤਾ। ਈਵਨ ਆਪਣੀ ਆਰਮੀ ਵੀ ਜਿਹੜੀ ਹੈ ਵਧਾਉਣੀ ਸ਼ੁਰੂ ਕਰ ਦਿੱਤੀ। ਸੋ 1942 ਦੇ ਵਿੱਚ ਉਹਨੇ ਡਿਸਾਈਡ ਕੀਤਾ, ਕਹਿੰਦਾ ਵੀ ਇਹਨਾਂ ਨੂੰ ਮਤਲਬ ਆਪਾਂ ਡਾਊਨ ਕਲਾਸ ਦੇ ਵਿੱਚ ਕਰ ਦਈਏ, ਡੀਗ੍ਰੇਡ ਕਰ ਦਈਏ, ਜੋ ਮਰਜ਼ੀ ਕਰ ਦਈਏ, ਕੁਝ ਨਹੀਂ ਹੋਣਾ। ਆਪਾਂ ਨੂੰ ਫਾਈਨਲ ਸੋਲੂਸ਼ਨ ਲੱਭਣਾ ਪੈਣਾ ਹੈ ਯਹੂਦੀਆਂ ਲਈ। ਉਹ ਕਹਿੰਦਾ ਕਿ ਇਹਨਾਂ ਨੂੰ ਖਤਮ ਕਰ ਦਿਓ, ਠੀਕ ਹੈ, ਜਿਹੜੇ ਤੇ ਚੰਗੇ ਨੇ, ਠੀਕ ਹੈ, ਫਿੱਟ ਨੇ, ਹੈਨਾ, ਉਹਨਾਂ ਨੂੰ ਲੇਬਰ ਚਲਾਓ ਤਾਂ ਕਿ ਉਹ ਪ੍ਰੋਡਕਸ਼ਨ ਵਧਾਉਣ ਸਾਡੀ ਇਕਨੋਮੀ ਦੀ। ਤੇ ਜਿਹੜੇ ਨਹੀਂ ਚੱਲ ਫਿਰ ਸਕਦੇ, ਡਿਸੇਬਲ ਨੇ ਜਾਂ ਬਿਮਾਰ ਨੇ ਜਾਂ ਬੱਚੇ ਨੇ ਜਾਂ ਫਿਰ ਪ੍ਰੈਗਨੈਂਟ ਲੇਡੀਜ਼ ਨੇ, ਉਹਨਾਂ ਦਾ ਕੀ ਕੰਮ ਹੈ, ਮਾਰ ਦੋ ਕਹਿੰਦਾ ਉਹਨਾਂ ਨੂੰ, ਠੀਕ ਹੈ। ਉਸ ਦੌਰਾਨ ਮੰਨਿਆ ਜਾਂਦਾ ਹੈ ਐਸ ਪਰ ਸਮ ਰਿਸੋਰਸਿਸ ਕਿ 1941 ਤੋਂ ਲੈ ਕੇ 45 ਦੇ ਵਿੱਚ ਹਿਟਲਰ ਨੇ ਕੋਈ 50 ਤੋਂ 60 ਲੱਖ ਬੰਦੇ ਨੂੰ ਮਰਵਾਇਆ, ਯਹੂਦੀਆਂ ਨੂੰ, ਠੀਕ ਹੈ। ਹੁਣ ਉਸਦੇ ਨਾਲ ਨਾਲ ਇਹਨੇ ਕੀ ਕੀਤਾ, ਇੱਕ ਹੋਰ ਮਤਲਬ ਕਾਨੂੰਨ ਕਰਦਾ, ਮਤਲਬ ਈਵਨ ਇਹਨੇ ਯਹੂਦੀਆਂ ਦੀ ਨਸਬੰਦੀ ਵੀ ਕਰਾਉਣੀ ਸ਼ੁਰੂ ਕਰਤੀ ਵੀ ਇਹ ਆਪਣੀ ਨਸਲ ਵੀ ਪੈਦਾ ਨਾ ਕਰ ਸਕਣ, ਠੀਕ ਹੈ। ਫਿਰ ਉਸ ਤੋਂ ਬਾਅਦ ਇਹਨੇ ਕਿਹਾ ਕਿ ਜਿਹੜੇ ਜਰਮਨਸ ਦੇ ਨਾਲ ਵਿਆਹ ਕਰਨਗੇ ਤੇ ਉਹਨਾਂ ਤੋਂ ਜਿਹੜਾ ਬੱਚਾ ਅਗਰ ਉਹ ਜੰਮਦੇ ਨੇ ਜਰਮਨ ਹੋਏਗਾ ਤੇ ਉਹਨਾਂ ਨੂੰ ਜਿਹੜੇ ਆ ਲੋਨ ਦਿੱਤੇ ਜਾਣਗੇ, ਤੇ ਜੇ ਬੱਚਾ ਹੋ ਜਾਂਦਾ ਉਹਨਾਂ ਦਾ ਤੇ ਉਹ ਲੋਨ ਵੀ ਉਹਨਾਂ ਨੂੰ ਮਾਫ ਕਰ ਦਿੱਤੇ ਜਾਣਗੇ। ਮਤਲਬ ਕਿ ਪਿਓਰ ਜਿਹੜੀ ਆਰੀਅਨ ਰੇਸ ਹੈਗੀ, ਉਹਨੇ ਕਿਹਾ ਵੀ ਇਹੀ ਰਹੇਗੀ ਜਰਮਨ ਦੇ ਵਿੱਚ, ਹੋਰ ਕੋਈ ਸਰਵਾਈਵ ਨਹੀਂ ਕਰੇਗਾ। ਹੁਣ ਜਦੋਂ ਜਿਹੜੇ ਜਿਊ ਸੀਗੇ, ਯਹੂਦੀ ਸੀਗੇ, ਜਦੋਂ ਉਹਨਾਂ ਨੂੰ ਇਸ ਹੱਦ ਤੱਕ ਜਿਹੜਾ ਮਤਲਬ ਆ ਦੇਖੋ ਲਿਖਿਆ ਹੋਇਆ ਆ, ਹੋਲੋਕਾਸਟ ਟਰਮ ਯੂਜ਼ ਕੀਤੀ ਗਈ ਹੈ, ਮਾਸ ਮਰਡਰ ਆਫ 60 ਲੱਖ ਲੋਕਾਂ ਲਈ, ਜਿਊਜ਼ ਲਈ, ਅੰਡਰ ਨਾਜ਼ੀ ਰਜੀਮ। ਨਾਜ਼ੀ ਮੀਨਸ ਹਿਟਲਰ ਦੇ ਰਜੀਮ ਦੇ ਦੌਰਾਨ ਫਰੋਮ 1941 ਤੋਂ ਲੈ ਕੇ 1945 ਤੱਕ। ਹੁਣ ਜਦੋਂ ਇਹ ਸਾਰਾ ਸਿਸਟਮ ਚੱਲਿਆ ਤੇ ਜਿਹੜਾ ਮਤਲਬ ਆਲ ਓਵਰ ਵਰਲਡ ਤੋਂ ਇਹਨਾਂ ਨੂੰ ਸਿੰਪਥੀ ਬੜੀ ਮਿਲੀ ਜਿਹੜੇ ਜਿਊ ਸੀਗੇ। ਹੁਣ ਇਹਦੇ ਵਿੱਚ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ ਉਸ ਵੇਲੇ ਟਰੂਮੈਨ, ਉਹਨੇ ਆਪਣੇ ਅਲਾਈ, ਜਿਹੜਾ ਉਸ ਟਾਈਮ ਉਹਦਾ ਅਲਾਈ ਸੀਗਾ ਬ੍ਰਿਟੇਨ, ਕਿਉਂਕਿ ਜਿਹੜੀ ਪੈਲਸਤੀਨ ਸੀਗਾ, ਪੈਲਸਤੀਨ ਵਰਲਡ ਵਾਰ 1 ਤੋਂ ਬਾਅਦ ਇਰਾਕ ਤੇ ਇਰਾਕ ਤੇ ਪੈਲਸਤੀਨ ਬ੍ਰਿਟਿਸ਼ ਮੈਂਡੇਟ ਦੇ ਅੰਦਰ ਆ ਗਿਆ ਤੇ ਲੈਬਨਾਨ ਤੇ ਸੀਰੀਆ ਜਿਹੜਾ ਸੀ ਫ੍ਰੈਂਚ ਮੈਂਡੇਟ ਦੇ ਅੰਦਰ ਆ ਗਿਆ। ਤੇ ਟਰੂਮੈਨ ਜਿਹੜਾ ਪ੍ਰੈਜ਼ੀਡੈਂਟ ਸੀ ਯੂਐਸ ਦਾ, ਉਹਨੇ ਬ੍ਰਿਟੇਨ ਨੂੰ ਕਿਹਾ ਕਿ ਜਿਹੜੇ ਪੈਲਸਤੀਨੀਅਨਸ ਨੇ ਨਾ, ਜਿਹੜੇ ਯਹੂਦੀ ਨੇ, ਇਹਨਾਂ ਨੂੰ ਪੈਲਸਤੀਨ ਦੇ ਵਿੱਚ ਐਂਟਰੀ ਦੇ ਦਿਓ ਤੇ ਹੋਰ ਵੀ ਦੇਸ਼ ਜਿਹੜੇ ਇਹਨਾਂ ਨੂੰ ਅਕੋਮੋਡੇਟ ਕਰਨ ਤਾਂ ਕਿ ਉੱਥੇ ਜਿਹੜੀਆਂ ਦੀ ਨਸਲਕੁਸ਼ੀ ਹੋਣ ਡਈ ਹੈ ਉਹਨੂੰ ਰੋਕਿਆ ਜਾਵੇ। ਸੋ ਜਦੋਂ ਜ਼ਿਆਦਾ ਤੋਂ ਜ਼ਿਆਦਾ ਯਹੂਦੀ ਜਿਹੜੇ ਸੀਗੇ ਇਹ ਐਂਟਰ ਕਰਨਾ ਸ਼ੁਰੂ ਕੀਤੇ ਪੈਲਸਤੀਨ, ਤੇ ਹੁਣ ਪੈਲਸਤੀਨ ਦੇ ਵਿੱਚ ਕੀ ਸੀ, ਮੇਜਰਲੀ ਮੈਜੋਰਿਟੀ ਜਿਹੜੀ ਸੀਗੀ ਉਹ ਇਸਲਾਮਿਕ ਸਟੇਟ ਸੀਗੀ, ਉਹ ਅਰਬ ਸੀਗੇ ਉੱਥੇ। ਸੋ ਜਿਹੜੇ ਅਰਬ ਸੀਗੇ ਉਹ ਡਿਸਟਰਬ ਹੋ ਗਏ, ਉਹ ਅਪਸੈਟ ਹੋ ਗਏ ਉਹਨਾਂ ਦੇ ਆਉਣ ਦੇ ਨਾਲ, ਕਿਉਂਕਿ ਉਹ ਚਾਹੁੰਦੇ ਸੀਗੇ ਕਿ ਪੈਲਸਤੀਨ ਜਿਹੜੀ ਆ ਉਹ ਇੱਕ ਅਰੈਬਿਕ ਸਟੇਟ ਬਣੇ। ਪਰ ਜਿਊਜ਼ ਦੇ ਆਉਣ ਦੇ ਨਾਲ ਉਹ ਸਾਰਾ ਸਿਸਟਮ ਜਿਹੜਾ ਉਥੋਂ ਦਾ ਡਿਸਟਰਬ ਹੋ ਗਿਆ। ਹੁਣ ਪੈਲਸਤੀਨ ਜਿਹੜੇ ਅਰਬ ਸੀਗੇ ਉਹਨਾਂ ਨੇ ਇੱਕ ਕਾਨਫਰੰਸ ਕੀਤੀ ਇਜਿਪਟ ਦੇ ਵਿੱਚ, ਠੀਕ ਹੈ। ਇਜਿਪਟ ਦੇ ਵਿੱਚ ਕਾਨਫਰੰਸ ਕੀਤੀ, ਉਹਨਾਂ ਨੇ ਕਿਹਾ ਕਿ ਸਾਨੂੰ ਸਿੰਪਥੀ ਹੈ ਕਿ ਯਹੂਦੀਆਂ ਦੇ ਨਾਲ ਜੋ ਹੋਇਆ ਜਰਮਨੀ ਦੇ ਵਿੱਚ ਉਹਦੇ ਨਾਲ ਅਸੀਂ ਬਹੁਤ ਜ਼ਿਆਦਾ ਹਮਦਰਦੀ ਹੈ ਸਾਨੂੰ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਇੱਥੇ ਆ ਕੇ ਸਾਡੀ ਹੀ ਕੰਟਰੀ ਦੇ ਉੱਤੇ ਆ ਕੇ ਜਿਹੜਾ ਕਬਜ਼ਾ ਕਰਕੇ ਬਹਿ ਜਾਣ, ਠੀਕ ਹੈ। ਉਹ ਕਹਿੰਦੇ ਵੀ ਅਸੀਂ ਹੋਰ ਜਿਊਜ਼ ਨੂੰ ਇੱਥੇ ਐਂਟਰ ਨਹੀਂ ਕਰਨ ਦੇਣਾ। ਪਰ ਜਦੋਂ ਜਿਊਜ਼ ਆਈ ਗਏ ਤੇ ਹੋਇਆ ਕਿ ਦੰਗੇ ਹੋਣੇ ਸ਼ੁਰੂ ਹੋ ਗਏ, ਠੀਕ ਹੈ। ਉਸ ਟਾਈਮ ਦੇ ਦੌਰਾਨ ਲਗਭਗ ਮਤਲਬ 15 ਲੱਖ ਉੱਥੇ ਜਿਹੜਾ ਸੀਗਾ ਅਰਬ ਸੀਗਾ ਔਰ 7-8 ਲੱਖ ਜਿਹੜੇ ਜਿਊਜ਼ ਐਂਟਰ ਹੋ ਚੁੱਕੇ ਸੀ ਪੈਲਸਤੀਨ ਦੇ ਵਿੱਚ। ਬਟ ਇਹ ਜਿਹੜਾ ਏਰੀਆ ਸੀਗਾ ਇਹ ਸਟਿਲ ਬ੍ਰਿਟਿਸ਼ ਕੋਲ ਦੀ, ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅੰਡਰ ਸੀਗਾ। ਪਰ ਬ੍ਰਿਟਿਸ਼ਰਸ ਜਿਹੜੇ ਸੀਗੇ 1945 ਦੇ ਦੌਰਾਨ, ਤੁਹਾਨੂੰ ਪਤਾ ਹੀ ਹੈ ਉਸ ਵੇਲੇ ਇੰਡੀਆ ਦੇ ਨਾਲ ਵੀ ਨੈਗੋਸੀਏਸ਼ਨ ਚੱਲ ਰਹੀ ਸੀ ਆਜ਼ਾਦੀ ਨੂੰ ਲੈ ਕੇ, ਐਂਡ ਮੋਰ ਓਵਰ ਵਰਲਡ ਵਾਰਸ ਦੇ ਕਰਕੇ ਬ੍ਰਿਟੇਨ ਕੋਲ ਇੰਨੇ ਰਿਸੋਰਸਿਸ ਵੀ ਨਹੀਂ ਸੀ ਰਹਿ ਗਏ ਕਿ ਉਹ ਇਹਨਾਂ ਦੀ ਕੋਈ ਕਾਰਵਾਈ ਕਰਦਾ ਜਾਂ ਸੁਣਦਾ। ਸੋ ਬ੍ਰਿਟੇਨ ਨੇ ਕੀ ਕਿਹਾ, ਬ੍ਰਿਟੇਨ ਕਹਿੰਦਾ ਕਿ ਮੈਂ ਇਹ ਜਿਹੜਾ ਮੈਟਰ ਆ ਇਹ ਯੂਨਾਈਟਿਡ ਨੇਸ਼ਨ ਨੂੰ ਦੇ ਦਿੰਦਾ ਆ
क्योंकि 24 अक्तूबर 1945 ਨੂੰ ਯੂਨਾਈਟਿਡ ਨੇਸ਼ਨ ਦਾ ਵੀ ਜਨਮ ਹੋ ਚੁੱਕਾ ਸੀ। ਠੀਕ ਹੈ ਜੀ। ਹੁਣ UN ਨੇ ਕੀ ਰੈਜ਼ੋਲੂਸ਼ਨ ਪਾਸ ਕੀਤਾ ਪੈਲਸਤੀਨ ਤੇ? ਲੇਟ 1947 ਦੇ ਵਿੱਚ UN ਕਹਿੰਦਾ ਆ ਕਿ ਪੈਲਸਤੀਨ ਰੀਜਨ ਜਿਹੜਾ ਹੈ ਨਾ ਇਹਦਾ ਪਾਰਟੀਸ਼ਨ ਕਰ ਦਿਓ। ਠੀਕ ਹੈ, ਇਹਨੂੰ ਡਿਵਾਈਡ ਕਰ ਦਿਓ ਅਰਬ ਸਟੇਟ ਦੇ ਵਿੱਚ ਤੇ ਜਿਊਸ਼ ਸਟੇਟ ਦੇ ਵਿੱਚ। ਤੇ ਜਿਹੜਾ ਜੈਰੂਸਲਮ ਹੈ, ਜੈਰੂਸਲਮ ਜਿਹੜਾ ਆ ਇਹਨੂੰ ਇੱਕ ਦੋਵਾਂ ਦਾ ਇੰਟਰਨੈਸ਼ਨਲ ਸੈਂਟਰ ਬਣਾ ਦਿਓ। ਠੀਕ ਹੈ, ਜਿਵੇਂ ਆਪਣਾ ਪੰਜਾਬ ਹਰਿਆਣਾ ਚੰਡੀਗੜ੍ਹ ਹੈ ਇਸ ਤਰ੍ਹਾਂ। ਸੋ ਅਰਬ ਨੇਸ਼ਨਸ ਜਿਹੜੀਆਂ ਸੀਗੀਆਂ ਉਹਨਾਂ ਨੂੰ ਇਹ ਚੀਜ਼ ਖਟਕ ਗਈ। ਉਹ ਕਹਿੰਦੇ ਨਹੀਂ, ਇਦਾਂ ਹੋ ਹੀ ਨਹੀਂ ਸਕਦਾ। ਪਰ ਜੂਸ ਤੇ ਮਤਲਬ ਉਹਨਾਂ ਨੂੰ ਲੱਗਾ ਕਿ ਹਾਂ ਸਾਨੂੰ ਸਾਡੇ ਰਹਿਣ ਲਈ ਇੱਕ ਜਗ੍ਹਾ ਮਿਲ ਰਹੀ ਹੈ। ਠੀਕ ਹੈ, ਉਹਨਾਂ ਨੇ ਇਸ ਪ੍ਰਪੋਜ਼ਲ ਦਾ ਵੈਲਕਮ ਕੀਤਾ because they recognized the Jewish state and it allotted more than half of Jordan। ਜਿਵੇਂ ਮੈਂ ਤੁਹਾਨੂੰ ਫਸਟ ਸਲਾਈਡ ਦੇ ਵਿੱਚ ਦਿਖਾਇਆ ਸੀ, ਜਾਰਡਨ ਤੋਂ ਇਧਰਲੇ ਪਾਸੇ ਵੈਸਟ ਵਾਲੇ ਪਾਸੇ ਜਿਹੜਾ ਸੀਗਾ ਇਹਨਾਂ ਨੂੰ ਸਟੇਟ ਮਿਲ ਗਈ। ਠੀਕ ਹੈ, ਸੋ ਸੂਨ ਆਫਟਰ UN ਰੈਜ਼ੋਲੂਸ਼ਨ, ਸੋ ਜਦੋਂ ਹੀ ਇਹ ਉਹਨਾਂ ਨੇ ਅਨਾਉਂਸ ਕੀਤੀ ਤੇ ਦੰਗੇ ਫਸਾਦ ਹੋਣੇ ਸ਼ੁਰੂ ਹੋ ਗਏ। ਸੋ ਦੰਗੇ ਫਸਾਦ ਸ਼ੁਰੂ ਹੋ ਗਏ ਤੇ ਬ੍ਰਿਟਿਸ਼ ਜਿਹੜਾ ਲਾਸਟ ਬ੍ਰਿਟਿਸ਼ ਹਾਈ ਕਮਿਸ਼ਨਰ ਸੀਗਾ ਉਹਨੇ ਵੀ 14 ਮਈ 1948 ਨੂੰ ਪੈਲਸਤੀਨ ਨੂੰ ਛੱਡ ਕੇ ਚਲਾ ਗਿਆ। ਜਦੋਂ ਚਲਾ ਗਿਆ ਤੇ ਜਿਹੜੇ ਜ਼ਿਓਨਿਸਟ ਲੀਡਰ ਸੀ, ਜ਼ਿਓਨਿਸਟ ਉਹ ਵਰਡ ਜਿਹੜਾ ਜ਼ਿਓਨਿਜ਼ਮ ਤੋਂ ਆਇਆ। ਜ਼ਿਓਨਿਜ਼ਮ ਮੀਨਸ ਇੱਕ ਜਿਊਜ਼ ਦੀ ਜਿਹੜੀ ਹੈ ਇੱਕ ਮੂਵਮੈਂਟ ਚੱਲੀ ਸੀ ਲੇਟ 19th ਸੈਂਚੁਰੀ ਦੇ ਵਿੱਚ, ਜਿਹਦੇ ਵਿੱਚ ਜਿਹੜੇ ਜਿਊਜ਼ ਸੀਗੇ ਆਲ ਓਵਰ ਦਾ ਵਰਲਡ ਤੋਂ ਇਕੱਠੇ ਹੋਏ। ਉਹਨਾਂ ਨੇ ਵੈਲਥ ਜਿਹੜੀ ਸੀਗੀ ਲੋਕਾਂ ਤੋਂ ਮੰਗੀ। ਠੀਕ ਹੈ, ਜਿਹੜੇ ਮਤਲਬ ਪੈਸਾ ਇਕੱਠਾ ਕੀਤਾ ਡੋਨੇਸ਼ਨਸ ਦੇ ਜ਼ਰੀਏ ਜਾਂ ਹੋਰ ਵੀ। ਤੇ ਉਹਨਾਂ ਨੇ ਮਤਲਬ ਜਿਹੜੇ ਇਦਾਂ ਦੇ ਵਿਕਟਿਮ ਸੀਗੇ ਜਿਹੜੇ ਕਿ ਈਵਨ ਹਿਟਲਰ ਦੇ ਕਹਿ ਲਓ ਅਤਿਆਚਾਰਾਂ ਤੋਂ ਸਰਵਾਈਵ ਕਰਕੇ ਨਿਕਲੇ ਸੀ ਉੱਥੋਂ, ਉਹਨਾਂ ਦੇ ਵੈਲਬੀਇੰਗ ਲਈ ਉਹਨਾਂ ਨੇ ਬਹੁਤ ਕੰਮ ਕੀਤਾ। ਸੋ ਇਹ ਜਿਹੜੇ ਇਹਨਾਂ ਦੇ ਲੀਡਰ ਸੀਗੇ ਇਹਨਾਂ ਨੇ ਇਜ਼ਰਾਈਲ ਨੂੰ ਫ੍ਰੀ ਨੇਸ਼ਨ ਡਿਕਲੇਅਰ ਕਰਤਾ। ਸੋ ਜਦੋਂ ਹੀ ਇਹਨਾਂ ਨੇ ਡਿਕਲੇਅਰ ਕਰਤਾ ਕੁਝ ਘੰਟਿਆਂ ਬਾਅਦ US ਨੇ ਉਸ ਚੀਜ਼ ਨੂੰ ਰੈਕਗਨਾਈਜ਼ ਕਰ ਲਿਆ ਕਿ ਇਜ਼ਰਾਈਲ ਇੱਕ ਇੰਡੀਪੈਂਡੈਂਟ ਕੰਟਰੀ ਹੈ 1948 ਦੇ ਵਿੱਚ। ਸੋ ਅਪਕਮਿੰਗ ਡੇਜ਼ ਦੇ ਵਿੱਚ ਕੀ ਹੋਇਆ ਕਿ ਜਿਹੜੀਆਂ ਅਰਬ ਨੇਸ਼ਨ ਸੀਗੀਆਂ, ਜਿਹੜੀਆਂ ਅਰਬ ਸਟੇਟ ਚਾਹੁੰਦੀਆਂ ਆ ਪੈਲਸਤੀਨ ਦੇ ਵਿੱਚ, ਜਿਹਦੇ ਵਿੱਚ ਸੀਰੀਆ, ਜਾਰਡਨ, ਇਰਾਕ ਤੇ ਇਜਿਪਟ। ਠੀਕ ਹੈ, ਸੋ ਇਹਨਾਂ ਦੀਆਂ ਆਰਮੀਜ਼ ਨੇ ਹਮਲਾ ਕੀਤਾ ਇਜ਼ਰਾਈਲ ਤੇ ਇਜ਼ਰਾਈਲੀ ਫੋਰਸਿਸ ਨੇ ਇਹਨੂੰ ਹਰਾ ਦਿੱਤਾ, ਜਿਹਨੂੰ ਕਿ ਆਪਾਂ ਫਸਟ ਅਰਬ ਇਜ਼ਰਾਈਲ ਵਾਰ ਦੇ ਨਾਮ ਨਾਲ ਜਾਣਦੇ ਆ। ਠੀਕ ਹੈ, ਸੋ ਵਾਈਲ ਹੁਣ ਦੇਖੋ ਜਿਊਸ਼ ਸਟੇਟ ਤਾਂ ਬਣ ਗਈ। ਕਿਉਂ ਬਣੀ? ਕਿਉਂਕਿ ਜਿਹੜੇ ਜ਼ਿਓਨਿਸਟ ਸੀਗੇ, ਜੂ ਸੀਗੇ, ਉਹਨਾਂ ਦੇ ਵਿੱਚ ਏਕਤਾ ਬੜੀ ਸੀ। ਪਰ ਜਿਹੜੇ ਆ ਅਰਬ ਸੀਗੇ ਪੈਲਸਤੀਨ, ਇਹ ਬਿਖਰੇ ਹੋਏ ਸੀਗੇ ਲੋਕ। ਠੀਕ ਹੈ, ਸੋ ਇਹਨਾਂ ਕੋਲ ਕੋਈ ਆਰਗੇਨਾਈਜੇਸ਼ਨ ਨਹੀਂ ਸੀ। ਇਹ ਜਦੋਂ ਵੀ ਲੜਦੇ ਸੀ ਇਹਨਾਂ ਕੰਟਰੀਜ਼ ਦੀ, ਅਰੈਬਿਕ ਕੰਟਰੀਜ਼ ਦੀ ਮਦਦ ਦੇ ਨਾਲ ਲੜਦੇ ਸੀਗੇ। ਸੋ ਇਹ ਕਹਿੰਦੇ ਵੀ ਸਾਨੂੰ ਵੀ ਜ਼ਰੂਰਤ ਹੈ ਇੱਕ ਆਰਗੇਨਾਈਜੇਸ਼ਨ ਨੂੰ ਕ੍ਰੀਏਟ ਕਰਨ ਦੀ। ਮੇਨ ਸਿਟੀ ਜਿਹੜੀ ਜੈਰੂਸਲਮ ਦੀ ਹੈ ਇਹ ਵੀ ਇੱਕ ਬੋਨ ਆਫ ਕੰਟੈਂਸ਼ਨ ਸੀਗੀ। ਠੀਕ ਹੈ, ਸੋ ਫਸਟ ਵਰਲਡ ਵਾਰ ਤੋਂ ਬਾਅਦ ਜੈਰੂਸਲਮ ਸਿਟੀ ਐਂਡ ਸਰਾਊਂਡਿੰਗ ਵਾਸ ਡਿਵਾਈਡਡ ਬਿਟਵੀਨ ਇਜ਼ਰਾਈਲ ਔਨ ਵੈਸਟ ਐਂਡ ਦੇਖੋ ਆ ਜਾਰਡਨ ਈਸਟ ਤੇ ਹੈ, ਆ ਜੈਰੂਸਲਮ ਹੈ। ਠੀਕ ਹੈ, ਤੇ ਆ ਇਜ਼ਰਾਈਲ ਹੈ। ਠੀਕ ਹੈ, ਸੋ ਇਹ ਵੀ ਇੱਕ ਬੋਨ ਆਫ ਕੰਟੈਂਸ਼ਨ ਸੀਗਾ। ਬਟ 1950 ਤੋਂ 67 ਤੱਕ ਇਹ ਜਿਹੜਾ ਜੈਰੂਸਲਮ ਏਰੀਆ ਸੀਗਾ ਇਟ ਵਾਸ ਰੂਲਡ ਬਾਈ ਜਾਰਡਨ। ਪਰ 1967 ਦੇ ਵਿੱਚ ਇਜ਼ਰਾਈਲ ਨੇ ਜਾਰਡਨ ਤੇ ਹਮਲਾ ਕਰਕੇ ਜਿਹੜਾ ਸੀਗਾ ਇਸ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਸੋ ਰੀਸੈਂਟ ਆ ਜਿਹੜਾ ਅਟੈਕ ਹੋਇਆ ਆ ਅਕਤੂਬਰ 2023 ਦੇ ਵਿੱਚ, ਇੱਕ ਤੇ 50th ਐਨਵਰਸਰੀ ਹੈ ਯੋਮ ਕਿਪੁਰ ਕਰਕੇ ਕੋਈ ਵਾਰ ਹੋਈ ਸੀਗੀ। ਇਹਨਾਂ ਦਾ ਕੋਈ ਹੈਗਾ ਆ ਫੈਸਟੀਵਲ ਆ 7 ਡੇਜ਼ ਦਾ ਹੁੰਦਾ, ਜਿੱਦਾਂ ਰੋਜ਼ੇ ਰੱਖਦੇ ਨੇ ਮੁਸਲਿਮ, ਇਸੇ ਤਰ੍ਹਾਂ ਹੀ ਇਹ ਜਿਊਜ਼ ਦਾ ਇੱਕ ਬਹੁਤ ਹੀ ਸੈਕਰਡ ਫੈਸਟੀਵਲ ਹੈ। 1973 ਚ ਵੀ ਇਸੇ ਤਰ੍ਹਾਂ ਹਮਾਸ ਨੇ ਅਟੈਕ ਕੀਤਾ ਸੀ। ਉਹਦੀ ਇੱਕ ਤਾਂ 50th ਐਨਵਰਸਰੀ ਹੈ, ਪਲੱਸ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਅਲ ਆਕਸਾ ਮੌਸਕ ਸੀਗੀ ਉੱਥੇ ਵਿਮਨ ਨੂੰ ਜਿਹੜਾ ਸੀਗਾ ਰਮਦਾਨ ਦੇ ਚੱਲਦੇ ਕੁਝ ਕਨਫਰੰਟੇਸ਼ਨ ਹੋਈਆਂ ਤੇ ਉਹਨਾਂ ਨੂੰ ਮਾਰ ਦਿੱਤਾ ਗਿਆ, ਜਿਹਦੇ ਕਰਕੇ ਹਮਾਸ ਕਹਿੰਦਾ ਕਿ ਅਸੀਂ ਤੁਹਾਡੇ ਤੇ ਹਮਲਾ ਕੀਤਾ ਤੇ ਤੁਸੀਂ ਨਾਲ ਗਾਜ਼ਾ ਜਿਹੜੀ ਆ ਉਹਨੂੰ ਸੀਜ਼ ਕਰ ਰਹੇ ਹੋ। ਠੀਕ ਹੈ, ਇਹ ਵੀ ਇੱਕ ਰੀਜ਼ਨ ਇਹਨਾਂ ਨੇ ਦਿੱਤਾ ਆ। ਸੋ ਅੰਡਰ UN ਰੈਜ਼ੋਲੂਸ਼ਨ ਬਾਰ-ਬਾਰ ਆਊਗਾ ਕਿਉਂਕਿ UN ਰੈਜ਼ੋਲੂਸ਼ਨ 'ਚ ਕੀ ਉਹਨਾਂ ਨੇ ਸੁਜੈਸਟ ਕੀਤਾ ਸੀਗਾ ਕਿ ਅਰਬ ਨੂੰ ਆਪਾਂ ਡਿਵਾਈਡ ਕਰ ਦੇਣਾ ਪੈਲਸਤੀਨ ਦੇ ਵਿੱਚ, ਤੇ ਜਿਹੜੀ ਅਰੈਬਿਕ ਪੈਲਸਤੀਨ ਤੇ ਦੂਸਰੇ ਪਾਸੇ ਕੀ ਹੈ ਜਿਊਜ਼ ਵਾਸਤੇ ਜਿਹੜੀ ਕੰਟਰੀ ਹੈ। ਠੀਕ ਹੈ, ਹੁਣ ਉਹਦੇ ਵਿੱਚ UN ਰੈਜ਼ੋਲੂਸ਼ਨ ਦੇ ਵਿੱਚ ਉਹ ਕਹਿੰਦਾ ਕਿ ਜਿਹੜਾ ਗਾਜ਼ਾ ਸਟ੍ਰਿਪ ਹੈ ਨਾ ਇਹ ਆਪਾਂ ਅਰੈਬਿਕ ਸਟੇਟ ਨੂੰ ਦੇ ਦਿੰਦੇ ਆ। ਸੋ ਜਦੋਂ ਇਜ਼ਰਾਈਲ ਇੰਡੀਪੈਂਡੈਂਟ ਬਣ ਗਿਆ, ਠੀਕ ਹੈ, ਸੋ ਜਿਹੜੇ ਅਰਬ ਸੀਗੇ ਨਾ ਟੈਲ ਅਵੀਵ ਏਰੀਆ ਤੋਂ ਜਾਂ ਹੋਰ ਵੀ ਵਰਲਡ ਦੇ ਜਿੱਥੇ ਪਾਰਟਸ ਮਤਲਬ ਇਸ ਏਰੀਆਜ਼ ਦੇ ਵਿੱਚ ਸੀਗੇ,
ठीक है, चाहे इजराइल चाहे पैलेस्तीन रीजन ਦੇ ਵਿੱਚ ਸੀ, ਉਹ ਗਾਜ਼ਾ ਸਟ੍ਰਿਪ ਦੇ ਵਿੱਚ ਆ ਕੇ ਇਕੱਠੇ ਹੋਣੇ ਸ਼ੁਰੂ ਹੋ ਗਏ। ਠੀਕ ਹੈ, ਉਹਨਾਂ ਨੂੰ ਲੱਗਦਾ ਸੀਗਾ ਕਿ ਮਤਲਬ ਦੰਗੇ ਫਸਾਦ ਤੋਂ ਬਚਣ ਦਾ ਤਰੀਕਾ ਹੀ ਹੈ ਕਿ ਇੱਕ ਥਾਂ ਤੇ ਇਕੱਠੇ ਹੋ ਜਾਓ। ਸੋ ਇਹਨਾਂ ਨੂੰ ਪੈਲਸਤੀਨੀਅਨ ਅਰਬ ਰਿਫਿਊਜੀਜ਼ ਜਿਹੜਾ ਸੀਗਾ ਕਹਿਣਾ ਸ਼ੁਰੂ ਕਰ ਦਿੱਤਾ ਗਿਆ। ਫਸਟ ਅਰਬ ਇਜ਼ਰਾਈਲ ਵਾਰ ਦੇ ਦੌਰਾਨ ਜਿਹੜੀ ਇਜਿਪਟੀਅਨ ਆਰਮੀ, ਇਜਿਪਟ ਇੱਥੇ ਹੈ, ਠੀਕ ਹੈ, ਇਜਿਪਟੀਅਨ ਆਰਮੀ ਨੇ ਗਾਜ਼ਾ ਸਟ੍ਰਿਪ ਜਿਹੜੀ ਹੈ ਇਹਨੂੰ ਸੀਜ਼ ਕਰ ਲਿਆ। ਪਰ 1967 ਦੇ ਵਿੱਚ ਜਦੋਂ ਵਾਰ ਹੋਈ ਤੇ ਗਾਜ਼ਾ ਸਟ੍ਰਿਪ ਫਿਰ ਇਜ਼ਰਾਈਲ ਨੇ ਦੁਬਾਰਾ ਉਹਨੂੰ ਰੀਕੈਪਚਰ ਕਰ ਲਿਆ, ਇਜਿਪਟ ਤੋਂ ਮਤਲਬ ਖੋਹ ਲਿਆ 1967 ਦੇ ਵਿੱਚ। ਹੁਣ ਇਜਿਪਟੀਅਨ ਗਵਰਨਮੈਂਟ ਜਿਹੜੀ ਹੈ ਇੱਥੇ, ਠੀਕ ਹੈ, ਉਹ ਕਹਿੰਦੀ ਆ ਕਿ ਗਾਜ਼ਾ ਸਟ੍ਰਿਪ ਦੇ ਜਿਹੜੇ ਲੋਕ ਹੈ ਸਾਡੇ ਨਹੀਂ ਹੈਗੇ। ਠੀਕ ਹੈ, ਸੋ ਇਹਨਾਂ ਨੂੰ ਇਹ ਇਜਿਪਟੀਅਨ ਸਿਟੀਜ਼ਨਸ ਨਹੀਂ ਕੰਸੀਡਰ ਕਰਦੀ। ਇਜ਼ਰਾਈਲ ਤੋਂ ਕਿਉਂਕਿ ਇਹ ਚਲੇ ਗਏ ਸੀਗੇ, ਇਸ ਲਈ ਇਜ਼ਰਾਈਲ ਕਹਿੰਦਾ ਵੀ ਇੱਥੇ ਤੇ ਵੜੋ ਇਹਨਾਂ ਵਾਪਸ। ਠੀਕ ਆ, ਤੁਹਾਡੇ ਲਈ ਇੱਥੇ ਕੋਈ ਕੰਮ ਨਹੀਂ ਹੈਗਾ। ਹੁਣ ਇਹ ਕੀ ਹੋ ਗਏ, ਰਿਫਿਊਜੀ ਹੋ ਗਏ, ਨਾ ਇੱਧਰ ਜੋਗੇ ਤੇ ਨਾ ਇੱਧਰ ਜੋਗੇ। ਠੀਕ ਹੈ, ਸੋ ਇਹਨਾਂ ਦੇ ਇਹ ਮਤਲਬ ਬਹੁਤ ਹੀ ਗਰੀਬੀ ਦੇ ਵਿੱਚ ਰਹਿਣ ਲੱਗ ਗਏ ਤੇ ਇਹਨਾਂ ਨੂੰ ਜਿਹੜੀ ਮਤਲਬ ਕੋਈ ਖਾਣਾ ਜਾਂ ਕੋਈ ਵੀ ਫਾਈਨੈਂਸ਼ੀਅਲ ਏਡ ਹੈ UN ਤੋਂ ਮਿਲਣ ਲੱਗ ਗਈ, ਯੂਨਾਈਟਿਡ ਨੇਸ਼ਨਸ ਤੋਂ। ਠੀਕ ਹੈ, ਸੋ ਐਵਰ ਸਿੰਸ ਤੇ ਇੱਥੇ ਇਸ ਕਰਕੇ ਜਿਹੜਾ ਸੀਗਾ ਉਹ ਇਜ਼ਰਾਈਲੀ ਤੇ ਮਤਲਬ ਗਾਜ਼ਾ ਸਟ੍ਰਿਪ ਦੇ ਲੋਕਾਂ ਦੇ ਵਿੱਚ, ਟਰੂਪਸ ਦੇ ਵਿੱਚ ਇੱਕ ਦੂਜੇ ਦੇ ਵਿੱਚ ਲੜਾਈ ਵਗੈਰਾ ਚੱਲਦੀ ਰਹੀ, ਦੰਗੇ ਵਗੈਰਾ। ਹੁਣ ਇੱਕ ਬੰਦਾ ਹੁੰਦਾ ਯਸਾਰ ਅਰਾਫਤ, ਠੀਕ ਹੈ, ਔਰ ਨਾਲ ਹੀ ਇੱਕ ਆਰਗੇਨਾਈਜੇਸ਼ਨ ਬਣਦੀ, ਜਿਵੇਂ ਕਿ ਆਪਾਂ ਗੱਲ ਕੀਤੀ ਕਿ ਜਿਹੜੇ ਜਿਊਜ਼ ਸੀਗੇ ਉਹ ਆਰਗੇਨਾਈਜ਼ਡ ਸੀ, ਜਿਹਦੇ ਕਰਕੇ ਉਹ ਆਪਣੀ ਸਟੇਟ ਬਣਾਉਣ ਦੇ ਵਿੱਚ ਸਫਲ ਹੋ ਗਏ। ਲੇਕਿਨ ਜਿਹੜੇ ਅਰਬ ਸੀਗੇ ਉਹ ਇੰਨੇ ਜ਼ਿਆਦਾ ਯੂਨਾਈਟਿਡ ਨਹੀਂ ਸੀ, ਖਿਲਰੇ ਪਿਲਰੇ ਸੀ। ਇਸ ਕਰਕੇ ਇੱਕ ਆਰਗੇਨਾਈਜੇਸ਼ਨ ਦਾ ਨਿਰਮਾਣ ਹੋਇਆ, ਪੈਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ 1964 ਦੇ ਵਿੱਚ। ਸੋ ਕਿਉਂਕਿ ਪੈਲਸਤੀਨੀਅਨ ਅਰਬਸ ਜਿਹੜੇ ਮੇਨਲੀ ਆਊਟਸਾਈਡ ਸਪੋਰਟ ਦੇ ਉੱਤੇ ਡਿਪੈਂਡੈਂਟ ਸੀ, ਸੀਰੀਆ, ਜਾਰਡਨ, ਇਜਿਪਟ ਤੇ ਲੈਬਨਾਨ, ਬਟ ਲੇਟਰ ਦੇ ਰਿਅਲਾਈਜ਼ਡ ਕਿ ਉਹਨਾਂ ਨੂੰ ਇਕੱਠੇ ਹੋਣਾ ਪੈਣਾ ਤੇ ਇਕੱਠੇ ਹੋਏ ਅੰਡਰ ਪੈਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ। ਤੇ ਯਾਸਰ ਅਰਾਫਾਤ ਜਿਹੜੇ ਸੀਗੇ ਇਹ ਇਹਦੇ ਪ੍ਰੈਜ਼ੀਡੈਂਟ ਨਿਯੁਕਤ ਹੋਏ। ਸੋ ਇਹਨਾਂ ਨੇ ਗੁਰੀਲਾ ਵਾਰ ਟੈਕਟਿਕਸ ਦੇ ਨਾਲ ਜਿਹੜਾ ਇਜ਼ਰਾਈਲ ਤੇ ਹਮਲਾ ਕਰਦੇ ਸੀਗੇ 1960s ਤੋਂ 80s ਤੱਕ। ਇਹਨਾਂ ਨੇ ਗੁਰੀਲਾ ਵਾਰਫੇਅਰ ਟੈਕਟਿਕਸ ਮਤਲਬ ਪਹਾੜੀਆਂ ਦੇ ਵਿੱਚ ਛੁਪ ਕੇ ਹਮਲਾ ਕਰਨਾ। ਸੋ ਉਹਦੇ ਨਾਲ ਜਿਹੜਾ ਸੀਗਾ ਇਹ ਜਾਰਡਨ ਇਹਨਾਂ ਦਾ ਬੇਸ ਸੀਗਾ। ਠੀਕ ਹੈ, ਜਿੱਦਾਂ ਆ ਜਿਹੜਾ ਏਰੀਆ ਆ ਇਹ ਜਾਰਡਨ ਆ। ਠੀਕ ਹੈ, ਜਾਰਡਨ ਇਹਨਾਂ ਦਾ ਬੇਸ ਸੀ, ਜਾਰਡਨ ਤੋਂ ਹਮਲਾ ਕਰਦੇ ਸੀ। ਲੇਕਿਨ ਸੂਨ ਇਹਨਾਂ ਦੀ ਜਿਹੜੀ ਕਾਣਾ ਸੁਣੀ ਹੋ ਗਈ ਜਾਰਡੀਅਨ ਕਿੰਗ ਦੇ ਨਾਲ ਤੇ ਉਹਨਾਂ ਨੇ ਇਹਨਾਂ ਨੂੰ ਐਕਸਪੈਲ ਕਰਤਾ। ਐਕਸਪੈਲ ਕਰਕੇ ਇਹ ਲੈਬਨਾਨ ਦੇ ਵਿੱਚ ਇਹਨਾਂ ਨੇ ਆਪਣਾ ਬੇਸ ਬਣਾ ਲਿਆ। ਸੋ ਸੂਨ ਇਜ਼ਰਾਈਲੀਆਂ ਨੇ ਲੈਬਨਾਨ ਤੇ ਹਮਲਾ ਕਰਕੇ ਜਿਹੜਾ ਸੀਗਾ ਇਹਨਾਂ ਨੂੰ ਉੱਥੋਂ ਵੀ ਚੁੱਕ ਦਿੱਤਾ। ਫਾਈਨਲੀ ਯਾਸਰ ਅਰਾਫਾਤ ਨੇ ਕਿਹਾ ਕਿ ਇੰਨੇ ਪੰਗਿਆਂ ਨਾਲੋਂ ਚੰਗਾ ਆ ਕਿ ਅਸੀਂ ਇਹਨਾਂ ਦੀ ਗੱਲ ਸੁਣ ਲਈਏ ਤੇ UN ਰੈਜ਼ੋਲੂਸ਼ਨ ਦੇ ਵਿੱਚ ਸਾਨੂੰ ਇੱਕ ਅਰਬਿਕ ਸਟੇਟ ਮਿਲਣ ਦੀ ਹੈ ਗਾਜ਼ਾ ਸਟ੍ਰਿਪ ਤੇ ਅਸੀਂ ਉਹ ਸਟੇਟ ਜਿਹੜੀ ਆ ਉਹਨੂੰ ਅਪਣਾ ਲਈਏ। ਠੀਕ ਹੈ, ਸੋ ਇਹਨੇ ਗਾਜ਼ਾ ਸਟ੍ਰਿਪ ਤੇ ਵੈਸਟ ਬੈਂਕ ਇਹ ਦੋ ਏਰੀਆਜ਼ ਇਹਨਾਂ ਨੇ ਕਹਿਤਾ ਕਿ ਇਹ ਸਾਡੇ ਨੇ। ਠੀਕ ਹੈ, ਮਤਲਬ ਕਿਹਦੇ ਨੇ, ਪੈਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਕਿ ਇਹ ਏਰੀਆ ਜਿਹੜੇ ਆ ਇਹ ਸਾਨੂੰ ਬਿਲੋਂਗ ਕਰਦੇ ਆ। ਠੀਕ ਹੈ, ਸੋ ਹੁਣ ਆ ਦੇਖੋ, आज हो गया गाजा, आ हो गया वेस्ट बैंक का एरिया। ठीक है, सो ये दो एरिया इन्होंने क्या भी ये साडे हो गए। ठीक है, सो हुण की होया, हुण हमास दा राइज होया, हमास 1987। हुण फर्क की सीगा, जेड़ी हमास या ठीक है या जेड़ी पैलस्तीन लिबरेशन ऑर्गेनाइजेशन ते हमास दे विच फर्क की है, जेड़ी PLO है ना वो वायलेंस नूं इन्नी प्रायोरिटी नहीं दिंदा। ठीक है, लेकिन मतलब हौली हौली उन्हें कहा कि वायलेंस जी है छड्ड देनी चाहिए है। हमास जिहड़ा सी वो वायलेंस के उत्ते बिलीव करता है कि गन पावर दे नाल जो भी नहीं लेना गन पावर ने लेना। सो ये पोलिटिको मिलिटेंट ऑर्गेनाइजेशन है वैस्ट बैंक ते गाजा स्ट्रिप दे विच। कित्थे है, वैस्ट बैंक ते गाजा स्ट्रिप दे विच। ठीक है जी, सो हुण इन्हां ने अपने स्कूल खोले हुए ने, अपनी इन्हां दी चैरिटीज ने, अपने क्लिनिक्स ने। ठीक है, इन्हां एरियाज दे विच, गाजा दे विच ते वैस्ट बैंक दे विच। सो इन्हां नूं जिहड़ा भी पैसा मिलदा है ना ये सारा मतलब स्मगलिंग करदे ने। आ जिद्दां मतलब मान लो आ इजिप्ट आ, ठीक है, इजिप्ट दे बिल्कुल गाजा स्ट्रिप मतलब इजिप्ट तो एक टनल सुरंग जिहड़ी अंडरग्राउंड चलदी है उह च स्मगलिंग हुंदी है हथियारां दी या होर भी जो इन्हां नूं चीज़ां चाहीदियां ने गाजा स्ट्रिप तक जिहड़ी है जांदी है। ठीक है, तो इतों मीन समगलर्स जिहड़े ने हथियार वगैरह छड्ड दिंदे ने, वो फिर थ्रू दिस टनल वो सारा कुछ इन्हां नूं जिहड़ा समान मिलदा है। ठीक है, सो वो की चाहते हैं, वो चाहते हैं कि इजराइल जिहड़ा ना इनू डिस्ट्रॉय करके ते आपां एक इस्लामिक स्टेट बनाईए पैलस्तीन दे विच। हमास वालियां दा मेन एजेंडा
ਇਹ ਆ, ਠੀਕ ਆ। ਸੋ ਡਿਫਰੈਂਸ ਜਿਹੜਾ ਸੀਗਾ ਹਮਾਸ ਤੇ PLO, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ PLO ਜਿਹੜਾ ਆ ਉਹ ਪ੍ਰੋ ਵਾਇਲੈਂਟ ਨਹੀਂ ਹੈਗਾ, ਲੇਕਿਨ ਜਿਹੜਾ ਹਮਾਸ ਆ ਇਹ ਕਹਿੰਦੇ ਆ ਕਿ ਗਨ ਪਾਵਰ ਨਾਲ ਆਪਾਂ ਕੁਝ ਵੀ ਲੈ ਸਕਦੇ ਹਾਂ। ਸੋ ਇਸ ਤੋਂ ਬਾਅਦ ਜਦੋਂ ਮੈਂ ਤੁਹਾਨੂੰ ਕਿਹਾ ਕਿ ਜਿਹੜਾ ਯਾਸਰ ਅਰਾਫਾਤ ਸੀ ਉਹਨੇ ਕਿਹਾ ਵੀ ਆਪਾਂ ਇਜ਼ਰਾਈਲ ਨਾਲ ਟੱਕਰ ਨਹੀਂ ਲੈ ਸਕਦੇ ਬਾਰ-ਬਾਰ, ਸੋ ਆਪਾਂ ਸਮਝੌਤਾ ਕਰ ਲੈਂਦੇ ਹਾਂ। ਸੋ ਸਮਝੌਤਾ ਜਿਹੜਾ ਸੀਗਾ ਉਹ ਬਣਿਆ ਇਜ਼ਰਾਈਲ PLO ਅਕੋਰਡਸ ਇਨ ਫॉर ਪੈਲੇਸਟਾਈਨ 1993, ਜਿਹਨੂੰ ਔਸਲੋ ਅਕੋਰਡਸ ਵੀ ਬੋਲਦੇ ਆ, ਠੀਕ ਹੈ। ਅਕੋਰਡਸ ਮੀਨ ਐਗਰੀਮੈਂਟ। ਨਾਰਵੇ ਦੀ ਕੈਪੀਟਲ ਹੈ ਔਸਲੋ, ਜਿੱਥੇ ਇਹ ਮਤਲਬ ਹੋਈਆਂ ਸੀਗੀਆਂ, ਠੀਕ ਹੈ, ਐਗਰੀਮੈਂਟ। ਸੋ ਇਹਦੇ ਵਿੱਚ ਕੀ ਕਿਹਾ ਗਿਆ ਕਿ ਇਜ਼ਰਾਈਲ ਤੇ PLO ਜਿਹੜੇ ਆ ਦੂਸਰੇ ਦੇ ਰਾਈਟਸ ਨੂੰ ਰੈਕੋਗਨਾਈਜ਼ ਕਰਨਗੇ, ਅਧਿਕਾਰਾਂ ਨੂੰ ਰੈਕੋਗਨਾਈਜ਼ ਕਰਨਗੇ, ਤੇ ਇੱਕ ਨਵੀਂ ਪੈਲੇਸਤੀਨ ਅਥਾਰਟੀ ਜਿਹੜੀ ਆ ਬਣਾਈ ਜਾਏਗੀ, ਜਿਹਦੇ ਵਿੱਚ ਅਰੈਬਿਕ ਰਿਪਰੈਜ਼ੈਂਟੇਟਿਵਸ ਵੀ ਹੋਣਗੇ। ਤੇ ਇਜ਼ਰਾਈਲ ਹੌਲੀ ਹੌਲੀ ਜਿਹੜਾ ਆ ਕੁਝ ਐਡਮਿਨਿਸਟ੍ਰੇਸ਼ਨ ਗਾਜ਼ਾ ਸਟ੍ਰਿਪ ਤੇ ਵੈਸਟ ਬੈਂਕ ਦਾ ਉਹ ਇਸ ਪੈਲੇਸਤੀਨ ਅਥਾਰਟੀ ਨੂੰ ਦੇ ਦੂਗਾ, ਠੀਕ ਹੈ। ਜਿਵੇਂ ਬ੍ਰਿਟੇਨ ਸਾਨੂੰ ਕਹਿੰਦੇ ਹੁੰਦੇ ਸੀ ਕਿ ਡੋਮੀਨੀਅਨ ਸਟੇਟਸ ਲੈ ਲਓ ਤੇ ਆ ਲੈ ਲਓ, ਸੋ ਇਸੇ ਤਰ੍ਹਾਂ ਹੀ ਇਜ਼ਰਾਈਲ ਨੇ ਵੀ ਕਿਹਾ ਵੀ ਮਤਲਬ ਹੌਲੀ ਹੌਲੀ ਅਸੀਂ ਤੁਹਾਨੂੰ ਜਿਹੜਾ ਆ ਸਿਵਿਲੀਅਨ ਅਥਾਰਟੀ ਵੀ ਦੇ ਦਾਂਗੇ। ਪਰ ਹਮਾਸ ਕਹਿੰਦਾ ਕਿ ਮੈਂ ਇਹਨਾਂ ਤੋਂ ਸੰਤੁਸ਼ਟ ਨਹੀਂ ਹੈਗਾ ਜੀ, ਠੀਕ ਹੈ। PLO ਕਹਿੰਦਾ ਮੈਂ ਸੰਤੁਸ਼ਟ ਆ, ਹਮਾਸ ਕਹਿੰਦਾ ਮੈਂ ਨਹੀਂ ਸੰਤੁਸ਼ਟ। ਸੋ ਪੈਲੇਸਤੀਨ ਅਥਾਰਟੀ ਬਣੀ ਇਸ ਅਕੋਰਡਸ ਦੇ ਚੱਲਦੇ ਤੇ ਇਲੈਕਸ਼ਨਸ ਹੋਈਆਂ, ਤੇ ਜਿਹੜਾ ਯਾਸਰ ਅਰਾਫਾਤ ਸੀਗਾ ਇਹਦੀ ਪਾਰਟੀ ਦਾ ਨਾਂ ਹੀ ਫਤਹ ਪਾਰਟੀ। ਫਤਹ ਪਾਰਟੀ ਜਿਹੜੀ ਹੈ ਜਿੱਤ ਗਈ, ਤੇ ਇਹ ਜਿਹੜੇ ਸੀਗੇ ਯਾਸਰ ਅਰਾਫਾਤ ਤੇ ਫਸਟ ਪ੍ਰੈਜ਼ੀਡੈਂਟ ਬਣੇ ਪੈਲੇਸਤੀਨ ਅਥਾਰਟੀ ਦੇ। ਪੈਲੇਸਤੀਨ ਅਥਾਰਟੀ ਜਿਹੜੀ ਕਿ ਔਸਲੋ ਅਕੋਰਡਸ ਦੇ ਅੰਡਰ ਇਸਟੈਬਲਿਸ਼ ਕੀਤੀ ਗਈ। ਹੁਣ ਇਜ਼ਰਾਈਲ ਨੇ ਵੀ ਆਪਣਾ ਵਾਅਦਾ ਪੂਰਾ ਕੀਤਾ ਤੇ ਉਹਨੇ ਆਪਣੀ ਗਾਜ਼ਾ ਸਟ੍ਰਿਪ ਦੇ ਵਿੱਚੋਂ ਮਿਲਟਰੀ ਫੋਰਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ, ਤੇ ਕੁਝ ਸਿਵਲ ਫੰਕਸ਼ਨਸ ਜਿਹੜੇ ਸੀਗੇ ਪੈਲੇਸਤੀਨ ਅਥਾਰਟੀ ਨੂੰ ਦੇਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ 2004 ਦੇ ਵਿੱਚ ਯਾਸਰ ਅਰਾਫਾਤ ਜਿਹੜੇ ਸੀਗੇ ਇਹਨਾਂ ਦੀ ਡੈਥ ਹੋ ਗਈ, ਠੀਕ ਹੈ। ਹੁਣ ਯਾਸਰ ਅਰਾਫਾਤ ਦੀ ਜਿਹੜੀ ਫਤਹ ਪਾਰਟੀ ਸੀਗੀ ਨਾ 2006 ਦੇ ਵਿੱਚ ਇਹਨੂੰ ਹਮਾਸ ਪਾਰਟੀ ਨੇ ਹਰਾ ਦਿੱਤਾ ਪੈਲੇਸਤੀਨ ਅਥਾਰਟੀ ਦੀਆਂ ਚੋਣਾਂ ਦੇ ਵਿੱਚੋਂ। ਹੁਣ ਹੋਇਆ ਕਿ ਹਮਾਸ ਤੇ ਫਤਹ ਆਪਸ ਦੇ ਵਿੱਚ ਇਹਨਾਂ ਨੇ ਗਠਬੰਧਨ ਕਰ ਲਿਆ, ਠੀਕ ਹੈ। ਪਰ ਉਹੀ ਕਿ ਕੁਰਸੀ ਤੇ ਕਿੰਨੇ ਬਹਿਣਾ ਆ, ਉਹ ਲੜਾਈ ਫੇਰ ਚੱਲ ਪਈ। ਸੋ ਚੱਲਦੇ ਕੀ ਹੋਇਆ ਕਿ ਅਲਟੀਮੇਟਲੀ ਹਮਾਸ ਕਹਿੰਦਾ ਆ ਕਿ ਮੈਂ ਗਾਜ਼ਾ ਸਟ੍ਰਿਪ ਜਿਹੜਾ ਆ ਇਹਨੂੰ ਕੰਟਰੋਲ ਕਰੂੰਗਾ, ਤੇ ਵੈਸਟ ਬੈਂਕ ਵਾਲਾ ਏਰੀਆ, ਬੰਗਾਲ ਹੀ ਨਿਕਲ ਜਾਂਦਾ ਮੁੱਝ, ਵੈਸਟ ਬੈਂਕ ਵਾਲਾ ਏਰੀਆ ਜਿਹੜਾ ਆ ਇਹ ਫਤਹ ਕੰਟਰੋਲ ਕਰ ਲੇ, ਠੀਕ ਹੈ। ਸੋ ਅਲਟੀਮੇਟਲੀ ਹਮਾਸ ਨੂੰ ਗਾਜ਼ਾ ਸਟ੍ਰਿਪ ਦਾ ਏਰੀਆ ਮਿਲ ਗਿਆ ਤੇ ਫਤਹ ਨੂੰ ਵੈਸਟ ਬੈਂਕ ਦਾ ਏਰੀਆ ਮਿਲ ਗਿਆ। 2007 ਦੇ ਵਿੱਚ ਗਾਜ਼ਾ ਸਟ੍ਰਿਪ ਜਿਹੜੀ ਸੀਗੀ ਹਮਾਸ ਰੂਲ ਦੇ ਅੰਡਰ ਸੀ, ਬਟ ਉਹ ਵੀ ਉਹਨਾਂ ਦੀ ਜੋ ਆਈਡੀਓਲੋਜੀ ਹੈ ਕਿ ਸਾਨੂੰ ਕੀ ਹੈ ਇਸਲਾਮਿਕ ਪੈਲੇਸਤੀਨ ਸਟੇਟ ਚਾਹੀਦੀ ਹੈ। ਜਿਵੇਂ ਰਸ਼ੀਅਨ ਜਿਹੜੇ ਹੈਗੇ ਆਪਣੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ, ਉਹ ਵੀ ਕਹਿੰਦੇ ਦੇ ਦਿਓ ਇਹਨਾਂ ਨੂੰ, ਆ ਜਿਹੜਾ ਅਟੈਕ ਹੋਇਆ ਕਹਿੰਦੇ ਦੇ ਦਿਓ ਇਹਨਾਂ ਨੂੰ ਜੋ ਮੰਗਦੇ ਆ, ਇਸਲਾਮਿਕ ਪੈਲੇਸਤੀਨ ਦੇ ਦਿਓ। ਇਜ਼ਰਾਈਲ ਕਹਿੰਦਾ ਕਿ ਇਹ ਜਿਹੜੀ ਆ ਹੌਸਟਾਈਲ ਐਂਟੀਟੀ ਆ, ਠੀਕ ਹੈ, ਮਤਲਬ ਇਹ ਜਿਹੜੇ ਆ ਟੈਰਰਿਜ਼ਮ ਨੂੰ ਜਿਹੜਾ ਆ ਇਹ ਅਪਣਾਉਂਦੇ ਆ, ਤੇ ਇਹਨਾਂ ਨੂੰ ਜਿਹੜਾ ਆ ਸੈਂਕਸ਼ਨਸ ਲਾ ਦਿਓ ਇਹਨਾਂ ਦੇ ਅੰਦਰ। ਸੈਂਕਸ਼ਨਸ ਮੀਨਸ ਬਿਜਲੀ ਕੱਟ ਦਿਓ, ਪਾਣੀ ਹੁੱਕਾ ਬੰਦ ਕਰ ਦਿਓ, ਇਹਨਾਂ ਦਾ ਹੁੱਕਾ ਪਾਣੀ, ਠੀਕ ਹੈ। ਸੋ ਹਮਾਸ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਤੇ 2007 ਦੇ ਵਿੱਚ ਹਮਾਸ ਨੇ ਅਟੈਕ ਕਰਤਾ ਇਜ਼ਰਾਈਲ ਤੇ। ਬਦਲੇ 'ਚ ਫੇਰ ਇਜ਼ਰਾਈਲ ਨੇ ਅਟੈਕ ਕੀਤਾ ਜਿੱਦਾਂ ਹੁਣ, ਉਦਾਂ ਹੀ ਦੀ ਕੰਡੀਸ਼ਨ ਜਿਹੜੀ ਆ ਉਹ ਅੱਜ ਦੀ ਡੇਟ ਦੇ ਵਿੱਚ ਆ, ਜਿਹੜੀ 2007 ਤੋਂ ਚੱਲੀ ਆ ਰਹੀ ਹੈ। So Israel started military invasion on the Gaza mainly to destroy those tunnels through which ਹੁਣ ਆਪਾਂ ਟਨਲ ਦੇਖੀ ਸੀ ਨਾ। ਸੋ ਇਜ਼ਰਾਈਲ ਦਾ ਮੇਨ ਪਰਪਸ ਹੈਗਾ ਕਿ ਜਿੱਥੋਂ ਇਹਨਾਂ ਨੂੰ ਸਾਰੇ ਹਥਿਆਰ ਮਿਲਣ ਦੇ, ਜਿਹੜੀ ਫਸਾਦ ਦੀ ਜੜ ਆ ਉਹਨੂੰ ਉਡਾ ਦਿਓ, ਠੀਕ ਹੈ, ਉਹਨਾਂ ਟਨਲਸ ਨੂੰ ਉਡਾ ਦਿਓ। ਸੋ ਇਨ ਦਿਸ ਕਲੈਸ਼ more than 1000 were killed। ਫਾਈਨਲੀ ਇਜ਼ਰਾਈਲ ਤੇ ਹਮਾਸ ਨੇ ਜਿਹੜਾ ਹੈ ਇੱਕ ਯੂਨੀਲੇਟਰਲ ਸੀਜ਼ਫਾਇਰ ਕਿਹਾ ਵੀ ਮਤਲਬ ਬੰਦ ਕਰ ਦਿਓ ਵਾਰ। ਸਿੰਸ ਦੈਨ ਗਾਜ਼ਾ ਜਿਹੜੀ ਆ ਇਟ ਇਜ਼ ਅੰਡਰ ਦੀ ਕੰਟਰੋਲ ਆਫ ਹਮਾਸ and Israel has blocked the whole area with huge wall। ਆ ਜਿਹੜੀ ਵਾਲ ਆ ਹੁਣ ਇਹਨਾਂ ਨੂੰ ਵੀ ਮਤਲਬ ਹਮਾਸ ਵਾਲਿਆਂ ਨੇ ਦੁਬਾਰਾ ਦੇ ਉੱਤੇ ਅਟੈਕ ਕੀਤਾ ਹੈ ਵੀ ਇਹਨੂੰ ਖਤਮ ਹੀ ਕਰ ਦਿਓ, ਵਿੱਚੋਂ ਹਟਾ ਦਿਓ, ਉਡਾ ਦਿਓ ਵਾਲ ਨੂੰ। ਤੇ ਇਹਨੇ ਕਾਫੀ ਮਿਹਨਤ ਕਰਕੇ ਇਹ ਵਾਲ ਜਿਹੜੀ ਸੀਗੀ ਇਜ਼ਰਾਈਲ ਨੇ ਕ੍ਰੀਏਟ ਕੀਤੀ ਹੈ। ਸੋ ਇਹ ਜਿਹੜਾ ਹੈ ਸਿਸਟਮ ਚੱਲਦਾ ਆ ਰਿਹਾ ਆ, ਇਹ ਉਦੋਂ ਤੱਕ ਮੈਨੂੰ ਲੱਗਦਾ ਚੱਲਦਾ ਹੋਣਾ ਜਦ ਤੱਕ ਦੋਵੇਂ ਪਾਸਿਆਂ ਦੀ ਜਿਹੜੀਆਂ ਕੰਡੀਸ਼ਨਸ ਨੇ ਫੁਲਫਿਲ ਨਹੀਂ ਹੋ ਰਹੀਆਂ। ਇਜ਼ਰਾਈਲ ਨੂੰ ਜਿਹੜਾ ਆ ਉਹ ਮੀਨਸ US ਵਗੈਰਾ ਜਾਂ ਹੋਰ ਵੀ ਜਿਹੜੀਆਂ ਵਰਲਡ ਦੀਆਂ ਪਾਵਰਸ ਨੇ, ਬ੍ਰਿਟੇਨ, ਈਵਨ ਕੱਲ ਰਿਸ਼ੀ ਸੁਨਕ ਨੇ ਵੀ ਸਪੋਰਟ ਕੀਤਾ। ਬਟ ਔਨ ਦੀ ਅਦਰ ਹੈਂਡ ਜਿਹੜੇ ਉਹ ਕੋਈ ਕੋਲਡ ਵਾਰ ਦੇ ਚੱਲਦੇ ਆ ਰਹੇ ਐਨੀਮੀਜ਼ ਨੇ, ਠੀਕ ਹੈ, ਦੁਸ਼ਮਣ ਦਾ ਦੁਸ਼ਮਣ ਮੇਰਾ ਦੋਸਤ, ਦੇ ਉਹ ਹਿਸਾਬ ਰਸ਼ੀਆ ਜਿਹੜਾ ਆ ਉਹ ਵੀ ਇਹਨਾਂ ਨੂੰ ਮਤਲਬ ਕਰ ਰਿਹਾ ਹਮਾਸ ਨੂੰ ਸਪੋਰਟ। ਐਂਡ ਈਵਨ ਜਿਹੜਾ ਆਪਣਾ ਈਰਾਨ ਹੈ ਉਹ ਵੀ ਸੁਣਨ ਜਾ ਰਿਹਾ ਕਿ ਈਰਾਨ ਵੀ ਇਹਨਾਂ ਨੂੰ ਜਿਹੜਾ ਆ ਪ੍ਰੋਵਾਈਡ ਕਰ ਰਿਹਾ ਵੈਪਨਸ ਐਂਡ ਆਲ ਦੈਟ।
ਸੋ ਇਹ ਸੀਗਾ ਅੱਜ ਦਾ ਲੈਕਚਰ। ਸੋ ਅਗਰ ਇਦਾਂ ਦੇ ਜਿਹੜੇ ਇੰਟਰਸਟਿੰਗ ਲੈਕਚਰ ਹੋਰ ਤੁਸੀਂ ਸੁਣਨਾ ਚਾਹੁੰਦੇ ਹੋ ਤੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਦਿਓ। ਧੰਨਵਾਦ।